राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। एकंकारा सतगुरु तेह प्रसाद सच होए। वाहिगुरु जी की फतेह। विघन विनाशन सोए। वाहिगुरु जी की फतेह। विघन विनाशन सोए। सतनाम श्री वाहिगुरु साहिब जी। चौपाई नबी गली सन तब गुर है तिहां दासी है। नबी गली सन तब गुर है वाहिगुरु जी का खालसा वाहिगुरु जी की फतेह। दसां पातशाहियां दी जोत तखत चौर छत्र दे मालक धन श्री गुरु ग्रंथ साहिब जी महाराज सतगुरां दी पावन पवित्र हजूरी अंदर जगत गुरु जाहर पीर जगत गुरु बाबा धन श्री गुरु नानक देव साहिब जी महाराज सतगुरां दे पावने स्थान गुरुद्वारा श्री बेर साहिब जी विखे सजे हुए सुंदर दीवान अमृत बाणी का कीर्तन सतगुरां दी पावन हजूरी अंदर होया। सतगुरां ने कीर्तन नूं बहुत वड्डी महानता बख्शिश की है। गरीब नवाज साहिब जी ने फरमाया कलयुग में कीर्तन प्रधाना गुरमुख जपिया लाए ध्याना। आप तरह सगले कुल तारे हर दरगह पथ सिम जाएगा। महाराज कहते भी प्रधान साधन है कलयुग दे विच धुर की बाणी का कीर्तन वाहिगुरु जी का कीर्तन। होर भी महाराज साहब जी ने बख्शिश की ऐसा कीर्तन कर मन मेरे ईहा ऊहा जो काम तेरा। हे मेरे मना ऐसा प्रभु का कीर्तन कर जो इत्थे भी तेरे काम आवेगा ते उत्थे भी काम आवेगा ऐस लोक विच भी ते परलोक दे विच। फिर गरीब नवाज ने आख्या कि कीर्तन जो शरधा भावना नाल सुनते हैं उन्हां दे ਹਿਰਦੇ विचों वैर विरोध मिट जाता है खत्म हो जाता। वैर विरोध मिटा तेरे मन से हर कीर्तन गुरमुख जो सुनते जेड़े गुरमुख गुरु की बाणी का कीर्तन सुनते और कीर्तन नो महाराज साहब जी ने अपने मुखार बिंद तो जोर का मीह पैना भी आख्या। मोले धार जिमें मीह पैंदा है महाराज कहते भी गुरबाणी का कीर्तन ऐसा है जदों कोई भावना नाल करता है भावना नाल सुनता है तो जिमें कड़ाके का मीह पैंदा है ना जोर का तो सब तक पान रोड़ के लै जाता है।
ਇਸ ਤਰ੍ਹਾਂ ਜੀਵ ਦੇ ਜਗਿਆਸੂ ਦੇ ਹਿਰਦੇ ਦੇ ਵਿੱਚੋਂ ਕੂੜਾ ਕਰਕਟ ਸਾਰਾ ਗੁਰੂ ਕੀ ਬਾਣੀ ਦਾ ਕੀਰਤਨ ਰੋੜ ਕੇ ਲੈ ਜਾਂਦਾ, ਹਿਰਦੇ ਨੂੰ ਸਾਫ਼ ਕਰ ਦਿੰਦਾ। ਜਿਵੇਂ ਜ਼ੋਰ ਦਾ ਮੀਂਹ ਪਵੇ ਤੇ ਸਭ ਗਲੀਆਂ ਸਾਫ਼ ਹੋ ਜਾਂਦੀਆਂ, ਨਾਲੀਆਂ ਸਾਫ਼ ਹੋ ਜਾਂਦੀਆਂ, ਸਭ ਥਾਂ ਸਾਫ਼ ਹੋ ਜਾਂਦੀਆਂ। ਉੱਥੇ ਗੁਰੂ ਕੀ ਬਾਣੀ ਦੀ ਕਥਾ ਨੂੰ ਮਹਾਰਾਜ ਸਾਹਿਬ ਜੀ ਨੇ ਝੜੀ ਦਾ ਮੀਂਹ ਆਖਿਆ। ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਹੈ, ਆਖਿਆ ਗੁਰੂ ਕੀ ਬਾਣੀ ਦੀ ਕਥਾ ਇਸ ਤਰ੍ਹਾਂ। ਜਿੱਥੇ ਗੁਰਬਾਣੀ ਦੀ ਕਥਾ ਦੀ ਮਹਾਨਤਾ ਹੈ, ਉੱਥੇ ਗੁਰ ਇਤਿਹਾਸ ਦੀ ਕਥਾ ਦੀ ਵੀ ਮਹਾਨਤਾ ਹੈ ਕਿ ਗੁਰੂ ਸਾਹਿਬ ਜੀ ਨੇ ਕੀ ਚੋਜ ਕੌਤਕ ਕੀਤੇ, ਕਿੱਥੇ ਕਿੱਥੇ ਮਹਾਰਾਜ ਨੇ ਕੀ ਉਪਦੇਸ਼ ਬਖਸ਼ਿਆ, ਕੀ ਗਰੀਬ ਨਿਵਾਜ ਨੇ ਕਿਰਪਾ ਕੀਤੀ। ਤੋ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਵੇਂ ਮਾਛੀਵਾੜੇ ਦੇ ਜੰਗਲ ਤੋਂ ਅੱਗੇ ਚੱਲਦੇ ਹੋਏ ਸਤਿਗੁਰੂ ਗਰੀਬ ਨਿਵਾਜ ਕਨੇਜ ਪਿੰਡ ਵਿੱਚ ਪਹੁੰਚੇ ਸਨ। ਸਾਧ ਸੰਗਤ, ਜੋ ਕੱਲ ਆਪਾਂ ਗਾਥਾ ਸਰਵਣ ਕੀਤੀ ਹੈ, ਤੇ ਭਾਈ ਫਤਿਹ ਜ਼ਿਮੀਂਦਾਰ ਨੇ, ਜੋ ਮਹਾਰਾਜ ਦਾ ਉਂਝ ਸ਼ਰਧਾਲੂ ਸੀ, ਉਹਨੇ ਆ ਕੇ ਨਮਸਕਾਰ ਕੀਤੀ ਤੇ ਗਰੀਬ ਨਿਵਾਜ ਸਾਹਿਬ ਜੀ ਨੂੰ ਆਖਿਆ ਕਿ ਸੇਵਾ ਬਖਸ਼ੋ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਜਿਹੜੀ ਤੇਰੇ ਘਰੇ ਘੋੜੀ ਹੈ ਉਹ ਲਿਆ ਕੇ ਸਾਡੀ ਸੇਵਾ ਝੱਲ ਕਰ ਦੇ। ਤੇ ਆਪਾਂ ਸਾਰਾ ਸਰਵਣ ਕੀਤਾ। ਉਹ ਨਿੱਕੀ ਜੀ ਲੈ ਆਇਆ, ਉਹਦੇ ਤੇ ਕਾਠੀ ਪਾ ਕੇ, ਤੇ ਮਹਾਰਾਜ ਕਹਿੰਦੇ ਤੂੰ ਨਿੱਕੀ ਜੀ ਟਾਇਰ ਜੀ ਲੈ ਆਇਆ ਖੱਚਰ ਜੀ, ਅਸੀਂ ਇਹੋ ਜਿਹੀਆਂ ਤੇ ਕਦੀ ਸਵਾਰੀ ਕੀਤੀ ਨਹੀਂ, ਜਿਹੜੀ ਵੱਡੀ ਘੋੜੀ ਉਹ ਲੈ ਕੇ ਆ। ਕਹਿੰਦਾ ਮਹਾਰਾਜ ਉਹ ਤੇ ਮੇਰਾ ਜਵਾਈ ਲੈ ਗਿਆ। ਝੂਠ ਬੋਲਿਆ। ਫਿਰ ਗਰੀਬ ਨਿਵਾਜ ਨੇ ਕਿਹਾ ਤੇ ਮੰਨਿਆ ਹੀ ਨਾ। ਸਤਿਗੁਰੂ ਕਹਿੰਦੇ ਕਿ ਤੂੰ ਵੀ ਗਿਆ ਤੇ ਤੇਰੀ ਘੋੜੀ ਵੀ ਗਈ, ਨਾ ਤੂੰ ਰਿਹਾ ਨਾ ਤੇਰੀ ਘੋੜੀ ਰਹੀ। ਤੇ ਮਹਾਰਾਜ ਸਾਹਿਬ ਜੀ ਦਾ ਬਚਨ ਜੋ ਮੁਖ ਤੋਂ ਨਿਕਲਿਆ, ਘੋੜੀ ਨੂੰ ਸੱਪ ਨੇ ਡੰਗ ਮਾਰ ਦਿੱਤਾ, ਮਰੀ ਪਈ ਹੈ। ਜਾ ਕੇ ਜਦੋਂ ਅੰਦਰ ਹਨੇਰੇ 'ਚ ਵੇਖਣ ਲੱਗਾ, ਇਹ ਦੂਜੀ ਛੋਟੀ ਘੋੜੀ ਨੂੰ ਬੰਨ੍ਹ ਕੇ ਉਹਨੂੰ ਟਚਕਾਰੀਆਂ ਮਾਰ ਕੇ ਤੇ ਗੋਡਾ ਮਾਰ ਕੇ ਉਠਾਉਣ ਦਾ ਯਤਨ ਕਰਦਾ। ਤੇ ਉੱਠਣਾ ਤੇ ਉਹਨੇ ਕੀ ਸੀ, ਜਿਹੜੀ ਮਰੀ ਪਈ। ਤੇ ਜਦੋਂ ਉਠਾਉਣ ਦਾ ਯਤਨ ਕਰਦਾ ਹੈ ਤੇ ਉਸ ਮੌਕੇ ਤੇ ਉਹ ਸੱਪ ਨੇ ਇਹਦੇ ਵੀ ਡੰਗ ਮਾਰ ਦਿੱਤਾ ਤੇ ਫੱਤਾ ਜ਼ਿਮੀਂਦਾਰ ਵੀ ਮਰ ਗਿਆ ਸੱਪ ਦੇ ਨਾਲ। ਹਾਰਿਆ ਇਹ ਕਰਦਾ, ਨਾ ਘੋੜੀ ਰਹੀ ਤੇ ਨਾ ਫੱਤਾ ਰਿਹਾ। ਤੇ ਮਹਾਰਾਜ ਸਾਹਿਬ ਜੀ ਫਿਰ ਅੱਗੇ ਆ ਗਏ, ਅਗਲੇ ਪਿੰਡ ਅੱਗੇ ਹੇਰਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਪਹੁੰਚੇ ਹਨ। ਔਰ ਸ਼ਾਮਾਂ ਪੈ ਗਈਆਂ ਉੱਥੇ ਆਉਂਦਿਆਂ ਹੋਇਆਂ। ਤੇ ਸਤਿਗੁਰੂ ਜੀ ਜਿਵੇਂ ਗਨੀ ਖਾਂ ਤੇ ਨਬੀ ਖਾਂ ਨੂੰ ਕਹਿੰਦੇ ਹਨ ਕਿ ਇੱਥੇ ਕਿਰਪਾਲ ਦਾਸ ਉਦਾਸੀ ਰਹਿੰਦਾ ਹੈ, ਆਪਾਂ ਉਹਦੇ ਕੋਲੇ ਚੱਲਦੇ ਹਾਂ। ਤਾਂ ਇੱਥੋਂ ਅੱਗੇ ਸਾਧ ਸੰਗਤ ਜੀ ਲੜੀਵਾਰ ਗਾਥਾ ਚੱਲਦੀ ਹੈ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਨੀ ਖਾਂ ਤੇ ਨਬੀ ਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਹਨ ਤਿਨਾਂ ਨੂੰ ਮਹਾਰਾਜ ਕਹਿੰਦੇ ਵੀ ਇੱਥੇ ਇਸ ਪਿੰਡ ਦੇ ਵਿੱਚ ਨਾ, ਹੇਹਰ ਪਿੰਡ ਦੇ ਵਿੱਚ, ਜਿਹਨੂੰ ਹੇਰਾ ਵੀ ਕਹਿ ਦਿੰਦੇ ਸੀ, ਇਸ ਪਿੰਡ ਦੇ ਵਿੱਚ ਕਿਰਪਾਲ ਦਾਸ ਉਦਾਸੀ ਰਹਿੰਦਾ ਹੈ। ਮਹਾਰਾਜ ਕਹਿੰਦੇ ਵੀ ਹੁਣ ਸੂਰਜ ਵੀ ਅਸਤ ਹੋ ਗਿਆ ਤੇ ਸੰਧਿਆ ਦਾ ਵੇਲਾ ਹੋ ਚੁੱਕਾ ਹੈ। ਮਹਾਰਾਜ ਕਹਿੰਦੇ ਹੁਣ ਇਸ ਥਾਂ ਤੇ ਕਿਰਪਾਲ ਦਾਸ ਉਦਾਸੀ ਦੇ ਪੜਾਅ ਤੇ ਅਸੀਂ ਡੇਰਾ ਕਰਨਾ ਚਾਹੁੰਦੇ ਹਾਂ। ਅੱਜ ਮਹਾਰਾਜ ਕਹਿੰਦੇ ਆਪਾਂ ਸਫ਼ਰ ਵੀ ਬਹੁਤ ਕੀਤਾ, ਬਹੁਤ ਦੂਰ ਚੱਲ ਕੇ ਆ ਗਏ ਹਾਂ ਤੇ ਹੁਣ ਅੱਗੇ ਜਾਣਾ ਨਹੀਂ ਬਣਾਵੇਗਾ। ਭਾਵ ਅੱਜ ਬੜਾ ਸਫ਼ਰ ਕਰ ਲਿਆ ਹੈ ਤੇ ਅੱਜ ਸਾਡਾ ਜੀ ਕਰਦਾ ਵੀ ਇੱਥੇ ਹੀ ਪੜਾਅ ਕਰ ਲਈਏ ਹੇਹਰ ਪਿੰਡ ਦੇ ਵਿੱਚ। ਇੱਥੇ ਹੇਰਾ ਪਿੰਡ ਦੇ ਵਿੱਚ ਰਾਤ ਬਤੀਤ ਕਰਾਂਗੇ, ਇੱਥੇ ਵਸ ਕਰਕੇ। ਤੇ
फिर अगे जावांगे। रात इत्थे ही रहिंदे आ, जदों अमृत वेला होवेगा, दिन चढ़ेगा तो फिर अगे चले जावांगे। तुम भी इस फल ते हरि जाओ। ते नबी खान ते गणी खान दोनों भरावां नूं महाराज कलगीधर पातशाह कहंदे हुण तुसीं भी पिछे चले जाओ, हट के वापस मुड़ जाओ। अपनी बरादरी नूं अपने परिवार नूं जा करके अपना आप विखाओ, भाव उन्हां नूं जाके तुसीं मिलो। अगला जिहड़ा सफर है वो सुगम सौखा ही है। जंगल अगे मालवा देश है, जंगल देश है, ते उत्थे साडे सिख रहिंदे हन, गुरु के सिख रहिंदे हन। फिर दोवें खान भरा गुरु के प्रेमी, प्रेम किसी भी हृदय विच पैदा हो सकता। साध संगत किसी मुसलमान के हृदय विच पैदा हो जाए, किसी हिंदू भरा के हृदय विच पैदा हो जाए। ये दोवें पठान हैं, गनी खान ते नबी खान मुसलमान, ते उन्हां दे हृदय विच गुरु गोबिंद सिंह महाराज साहब जी का प्रेम है। तो दोनों ने फिर अर्ज की है, बेनती की है। हम अनुसार कहन लगे महाराज आप जी की जिवें मर्जी है, असीं ते आप जी दे मर्जी के अनुसार, असीं ते आप जी दे हुक्म दे विच आ। जे होर भी सानू अगे नाल लिजाउणा ते असीं महाराज जाण वास्ते तैयार हां। आप जी के अनुसार ही हो के असीं चलण वाले हाँ। महाराज जी साडे तो बिना अगे नहीं सरदा है, साडी जी लोड़ है साडी सेवा की, असीं आप जी की सेवा च हाजिर हाँ। महाराज असीं आप जी के अनुसार ही हो के चलण वाले हाँ, होर 2 दिन लग जाणगे तां किहड़ी गल। महाराज जे साडे तो बिना नहीं अगे सरदा ते असीं महाराज पलंगा चुकण वास्ते सेवा च हाजिर हाँ। आप जी दे नाल होर अगे चले जावांगे, 2 दिन होर लग जाणगे। गरीब नवाज जिवें आप जी की आग्या है। महाराज जिन्नी साडे तो आप जी की सेवा की जाए, असीं आप जी की सेवा कर सकीए। महाराज जी सानू वड्डा लाभ मिले, वड्डा लाभ जिन्नी आप जी की सेवा करांगे साडा इहदे च भला ही होना, इहदे च साडी कल्याण हो जानी, साडी मुक्ति हो जानी, साडे बंधन कट्टे जाण। वेखो पठान भरावां दे हृदय च भावना पैदा होई। सतगुर सदा दयाल है भाई, बिन भागा क्या पाइए। एक नजर कर वेखै सब ऊपर, जेहा भाओ तेहा फल पाइए। जिहो जी भावना है किसी के मन में, जिहो जिहा फल गुरु दर तो प्राप्त हुंदा। कोई होवे, ये दर सारिਆਂ वास्ते खुला है, पर गल ते भावना नाल बनदी है। गरीब नवाज साहब जी ते ताई किन्ना प्रेम है इन्हां दोनों के हृदय विच, किन्नी भावना है। कहते महाराज जिन्नी आप जी की सेवा करांगे ये सानू परम लाभ प्राप्त होवेगा। ये किसे किसे नूं ये समझ प्राप्त होंदी है कि गुरु की सेवा का लाभ है। ताई महाराज ने धुर की बाणी च आख्या, सतगुर की सेवा सफल है, सतगुर की सेवा सफल है। सतगुर की सेवा सफल है, सतगुर की सेवा सफल है। जे को करे चित लाए, जे को करे चित लाए, जे को करे चित लाए, मन जिंदया फल पावना, मन जिंदया फल पावना, मन जिंदया फल पावना।
ਖੋਲ ਕੇ। ਗਰੀਬ ਨਵਾਜ ਕਹਿੰਦੇ ਸਤਿਗੁਰੂ ਜੀ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਫਲ ਦਿੰਦੀ, ਸਫਲੀ ਹੈ। ਸੰਸਾਰੀ ਪਦਾਰਥ ਵੀ ਮਿਲਦੇ, ਗਿਆਨ ਪਦਾਰਥ ਵੀ, ਮੁਕਤੀ ਪਦਾਰਥ ਵੀ ਦਿੰਦੀ। ਪਰ ਮਹਾਰਾਜ ਕਹਿੰਦੇ ਜੇ ਕੋ ਕਰੇ ਚਿੱਤ ਲਾਏ, ਨਾਲ ਜੇ ਕਹਿ ਦਿੱਤਾ ਕਿ ਜੇ ਕੋ ਕਰੇ ਚਿੱਤ ਲਾਏ, ਜੇ ਕੋਈ ਚਿੱਤ ਲਾ ਕੇ ਕਰੇ, ਭਾਵਨਾ ਨਾਲ ਕਰੇ, ਤੇ ਫਿਰ ਮਨ ਚਿੰਦਿਆ ਫਲ ਪ੍ਰਾਪਤ ਹੋ ਜਾਂਦਾ। ਤੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਉਮੈ ਚਲੇ ਜਾਂਦੀ ਜੇ ਕੋਈ ਭਾਵਨਾ ਨਾਲ ਸੇਵਾ ਕਰੇ, ਸ਼ਰਧਾ ਨਾਲ ਕਰੇ। ਤਾਂ ਉਹਨਾਂ ਬੇਨਤੀ ਕੀਤੀ ਵੀ ਗਰੀਬ ਨਵਾਜ ਆਪ ਜੀ ਦੀ ਸੇਵਾ ਜਿੰਨੀ ਸਾਡੇ ਤੋਂ ਕੀਤੀ ਜਾਵੇ, ਜਿੰਨੀ ਸਾਡੇ ਤੋਂ ਬਣ ਆਵੇ ਅਸੀਂ ਕਰੀਏ, ਤੇ ਸਾਨੂੰ ਵੱਡਾ ਲਾਭ ਪ੍ਰਾਪਤ ਹੋਵੇ, ਪਰਮ ਲਾਭ, ਸਾਡੀ ਕਲਿਆਣ ਹੋ ਜਾਵੇਗੀ। ਇਸ ਤਰ੍ਹਾਂ ਬੇਨਤੀ ਕਰਦੇ ਹੋਏ ਆ ਤੇ ਸਾਰਾ ਜਿਹੜਾ ਰਸਤਾ ਸੀ ਉਹ ਤੈਅ ਕੀਤਾ ਹੈ। ਤੇ ਉਸ ਥਾਂ ਤੇ ਪਹੁੰਚ ਗਏ ਆ ਗਰੀਬ ਨਵਾਜ ਸਾਹਿਬ ਜੀ ਦਾ ਪਲੰਘਾ ਲੈ ਕੇ, ਜਿੱਥੇ ਉਦਾਸੀ ਸਾਧੂ ਦਾ ਥਾਂ ਹੈ, ਭਾਵ ਉਦਾਸੀ ਕਿਰਪਾਲ ਦਾਸ ਉਦਾਸੀ ਦਾ ਡੇਰਾ ਹੈ। ਉਸ ਨੂੰ ਜਾ ਕੇ ਵੇਖਿਆ ਹੈ। ਤੇ ਇਸ ਕਿਰਪਾਲ ਦਾਸ ਉਦਾਸੀ ਨੇ ਜਦੋਂ ਇਹ ਗੱਲ ਸੁਣੀ ਆਪਣੇ ਕੰਨਾਂ ਦੇ ਵਿੱਚ, ਤੇ ਕਿਰਪਾ ਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਡੇਰੇ ਤੇ ਆ ਪਹੁੰਚੇ ਹਨ। ਕਿਸੇ ਚੇਲੇ ਨੇ ਜਾ ਕੇ ਦੱਸ ਦਿੱਤਾ ਹੋਵੇਗਾ। ਜਦੋਂ ਉਹਨੇ ਆਪਣੇ ਕੰਨੀ ਸੁਣਿਆ ਕਿ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਪੜਾਅ ਤੇ ਆ ਗਏ ਹਨ, ਤੇ ਉੱਠਿਆ ਹੈ ਉਸ ਵੇਲੇ, ਛੇਤੀ ਦੇ ਨਾਲ ਬਾਰ-ਬਾਰ ਆਇਆ ਹੈ। ਚਰਨ ਸਰੋਜਨ ਕੋ ਲਪਟਾਇਓ, ਮਹਾਰਾਜ ਸਾਹਿਬ ਜੀ ਦੇ ਚਰਨ ਜੋ ਕਮਲ ਫੁੱਲ ਵਰਗੇ ਹਨ, ਕੋਮਲ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ। ਕਿਰਪਾਲ ਦਾਸ ਉਦਾਸੀ ਸਾਧੂ ਬੇਨਤੀ ਕਰਦਾ ਕਿ ਹੇ ਪ੍ਰਭੂ ਜੀ, ਉਤਰੋ ਆਪ ਜੀ ਪਲੰਘੇ ਤੋਂ, ਇਹ ਆਪ ਜੀ ਦਾ ਹੀ ਡੇਰਾ ਹੈ, ਇੱਥੇ ਨਿਵਾਸ ਕਰੋ। ਮਹਾਰਾਜ ਮੈਨੂੰ ਆਪਣਾ ਚੇਲਾ ਜਾਣ ਲਓ, ਮੈਂ ਆਪ ਜੀ ਦਾ ਚੇਲਾ ਹਾਂ। ਸਾਧ ਸੰਗਤ ਜੀ, ਡਾਕਟਰ ਭਾਈ ਵੀਰ ਸਿੰਘ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਇਹ ਕਿਰਪਾਲ ਦਾਸ ਉਦਾਸੀ ਸਾਧੂ ਜੋ ਹੈ, ਇਹ ਉਹ ਸਾਧੂ ਨਹੀਂ ਹੈ ਜਿਹੜਾ ਭੰਗਾਣੀ ਦੇ ਯੁੱਧ ਮੌਕੇ ਦੇ ਉੱਤੇ ਜਿਸ ਨੇ ਜੰਗ ਕੀਤਾ ਸੀ। ਵੀ ਇਹ ਕਿਰਪਾਲ ਦਾਸ ਉਦਾਸੀ ਹੈ, ਉਦਾਸੀਆਂ ਵਿੱਚੋਂ ਹੀ, ਪਰ ਇਹ ਹੋਰ ਹੈ। ਉਸ ਦਾ ਕੋਈ ਸੇਵਕ ਸੀ, ਕੋਈ ਚੇਲਾ ਸੀ ਉਸ ਕਿਰਪਾਲ ਦਾਸ ਸਾਧੂ ਦਾ। ਉਹਦੇ ਬਾਰੇ ਲਿਖਿਆ ਹੈ ਕਿ ਉਹ ਤਾਂ ਅਵਧੂਤ ਸੀ, ਤਿਆਗੀ ਸੀ, ਉਹਦਾ ਤਾਂ ਕੋਈ ਡੇਰਾ ਨਹੀਂ ਸੀ। ਤਾਂ ਉਹ ਮਹਾਰਾਜ ਸਾਹਿਬ ਜੀ ਦੇ ਉੱਤੇ ਦ੍ਰਿੜ ਵਿਸ਼ਵਾਸ ਰੱਖਣ ਵਾਲਾ ਸੀ, ਦ੍ਰਿੜ ਭਰੋਸਾ ਰੱਖਣ ਵਾਲਾ ਸੀ। ਹੈ ਉਦਾਸੀਆਂ ਦੇ ਵਿੱਚੋਂ ਹੀ ਸੀ ਇਹ ਕਿਰਪਾਲ ਦਾਸ, ਪਰ ਉਹ ਕਿਰਪਾਲ ਦਾਸ ਨਹੀਂ ਸਮਝਣਾ। ਉਹ ਕਿਰਪਾਲ ਦਾਸ ਮਹਾਂਪੁਰਖ ਹੋਰ ਸੀ, ਜਿਹਦਾ ਅਟਲ ਤੇ ਅਟੁੱਟ ਵਿਸ਼ਵਾਸ ਸੀ ਕਲਗੀਧਰ ਪਾਤਸ਼ਾਹ ਜੀ ਦੇ ਉੱਤੇ। ਤੇ ਇਹ ਉਹਦੇ ਚੇਲਿਆਂ ਦੇ ਵਿੱਚੋਂ ਕੋਈ ਹੈ ਸੀ ਉਸ ਦਾ ਸੇਵਕ ਕਿਰਪਾਲ ਦਾਸ। ਤਾਂ ਇਸ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਪਣਾ ਚੇਲਾ ਹੀ ਸਮਝੋ। ਬੇਨਤੀ ਕਰਕੇ ਕਲਗੀਧਰ ਪਾਤਸ਼ਾਹ ਜੀ ਦਾ ਪਲੰਘ ਆਪਣੇ ਡੇਰੇ ਉਤਰਵਾਇਆ ਹੈ। ਬਿਨਾਂ ਕਿਸੇ ਸ਼ੰਕੇ ਤੋਂ, ਭਾਵ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਨੂੰ ਆਪਣੇ ਡੇਰੇ ਦੇ ਅੰਦਰ ਲੈ ਕੇ ਗਿਆ ਹੈ। ਤੇ ਗਰੀਬ ਨਵਾਜ ਸਾਹਿਬ ਜੀ ਉਤਰ ਪਏ, ਉਤਾਰਾ ਕਰ ਲਿਆ ਉਦਾਸੀ ਦੇ ਡੇਰੇ ਤੇ। ਗਰੀਬ ਨਵਾਜ ਸਾਹਿਬ ਜੀ ਪਹੁੰਚੇ ਹਨ। ਸਾਰੇ ਸਾਧ ਆ ਗਏ, ਜਿੰਨੇ ਸੀ ਨਾ ਉੱਥੇ ਉਦਾਸੀ ਸਾਧੂ, ਉਹ ਸਾਰੇ ਆ ਗਏ। ਤੇ ਆ ਕੇ ਸਾਰਿਆਂ ਨੇ
ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਕਰ ਕਰ ਬੰਦਨ ਬੈਠੇ ਪਾਸੀ। ਸਾਰੇ ਜਿੰਨੇ ਵੀ ਸੀ ਨਾ ਕਿਰਪਾਲ ਦਾਸ ਉਦਾਸੀ, ਇਸ ਮਹੰਤ ਦੇ ਸੇਵਕ, ਹੋਰ ਸਾਧੂ ਉਸ ਡੇਰੇ ਵਿੱਚ, ਸਾਰਿਆਂ ਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਨਮਸਕਾਰਾਂ ਕੀਤੀਆਂ ਤੇ ਬੰਦਨਾ ਕਰ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਗਏ ਦਰੀਆਂ ਦੇ ਉੱਤੇ। ਕੁਝ ਨਗਰ ਦੇ ਲੋਕ ਹੋਰ ਵੀ ਆ ਗਏ, ਨਗਰ ਨਿਵਾਸੀ ਉਸ ਹੇਰਾ ਪਿੰਡ ਦੇ, ਉਹਨਾਂ ਲੋਕਾਂ ਨੇ ਵੀ ਆ ਕੇ ਗਰੀਬ ਨਵਾਜ਼ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਜਿਹੜੇ ਡੇਰੇ ਦੇ ਉਦਾਸੀ ਸਾਧੂ ਸੀ ਉਹਨਾਂ ਨੇ ਵੀ ਆ ਕੇ ਨਮਸਕਾਰਾਂ ਕੀਤੀਆਂ। ਨਮਸਕਾਰਾਂ ਕਰਕੇ ਸਾਰੇ ਬੈਠ ਗਏ। ਤੀਨ ਸਿੰਘ ਅਰ ਦੁਏ ਪਠਾਨ। ਦਸ਼ਮੇਸ਼ ਪਿਤਾ ਜੀ ਦੇ ਨਾਲ 3 ਸਿੰਘ ਵਾ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਤੇ 2 ਪਠਾਨ ਭਰਾ, ਗਨੀ ਖਾਨ ਤੇ ਨਬੀ ਖਾਨ। ਕਹਿਓ ਬਾਪ ਸ੍ਰੀ ਗੁਰ ਭਗਵਾਨ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੂੰ ਮੁਖਾਤਬ ਹੋ ਕਰਕੇ ਗੁਰੂ ਭਗਵਾਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ। ਮਾਨ ਸਿੰਘ ਸਾਧ ਦਾਤਾ। ਗਰੀਬ ਨਵਾਜ਼ ਕਹਿੰਦੇ ਭਾਈ ਮਾਨ ਸਿੰਘ, ਜਿਸ ਥਾਂ ਦੇ ਉੱਤੇ ਤੁਰਕਾਂ ਦੀ ਫੌਜ ਨੇ ਆਪਾਂ ਨੂੰ ਰੋਕਿਆ ਸੀ, ਇੱਕ ਰਾਤ ਜਿੱਥੇ ਆਪਾਂ ਠਹਿਰੇ ਸਾਂ, ਤੇ ਉੱਥੇ ਰਾਤ ਦੇ ਮੌਕੇ ਤੇ ਜਦੋਂ ਭਾਈ ਮਾਨ ਸਿੰਘ ਜੀ ਤੁਸੀਂ ਗਏ ਹਿਤ ਕਰਨ ਆਹਾਰ। ਉਹ ਤੁਰਕਾਂ ਦੀ ਫੌਜ ਦੇ ਵਿੱਚ ਤੁਸੀਂ ਭੋਜਨ ਛਕਣ ਵਾਸਤੇ ਗਏ ਸੀ। ਅਬ ਹਮ ਤੁਮ ਸੰਗ ਭਾਗਿਓ ਜੈਸੇ। ਭਾਈ ਮਾਨ ਸਿੰਘ ਜੀ, ਉਸ ਮੌਕੇ ਤੇ ਅਸੀਂ ਤੁਹਾਡੇ ਨਾਲ ਜੋ ਬਚਨ ਕੀਤਾ ਸੀ, ਹੈ ਨਹੀਂ ਮਨ ਸਿਮਰਨ ਤੈਸੇ। ਮਹਾਰਾਜ ਕਹਿੰਦੇ ਉਹ ਤੁਹਾਡੇ ਮਨ ਦੇ ਵਿੱਚ ਸਿਮਰਨ ਹੈ ਕਿ ਨਹੀਂ ਹੈ? ਉਹ ਸਾਡਾ ਬਚਨ ਯਾਦ ਹੈ ਤੁਹਾਡੇ ਮਨ ਵਿੱਚ ਕਿ ਭੁੱਲ ਗਿਆ ਹੈ? ਅਬ ਤਿੰਨੋਂ ਕਰ ਜੋੜ ਬਖਾਨਾ। ਫਿਰ ਤਿੰਨਾਂ ਗੁਰੂ ਕੇ ਸਿੰਘਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਹੁਕਮ ਮਾਨ ਪਾਨੇ ਮੰਦ ਆਨਾ। ਮਹਾਰਾਜ ਅਸੀਂ ਆਪ ਜੀ ਦਾ ਹੁਕਮ ਮੰਨਿਆ ਹੈ ਤੇ ਅਸੀਂ ਪੱਲੇ ਵੀ ਬੰਨ ਕੇ ਲਿਆਂਦਾ। ਉਸ ਵੇਲੇ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੋ ਤੁਹਾਡੇ ਅੱਗੇ ਲੈ ਕੇ ਆਉਣਗੇ ਨਾ ਉਹ ਆਪਣਾ ਭੋਜਨ, ਤੇ ਤੁਸੀਂ ਕਿਰਪਾਨ ਭੇਟ ਕਰਕੇ ਅਰਦਾਸ ਕਰਕੇ ਛਕ ਲੈਣਾ ਤੇ ਕੁਝ ਪੱਲੇ ਬੰਨ ਕੇ ਲੈ ਆਉਣਾ ਸਾਡੇ ਵਾਸਤੇ। ਮਹਾਰਾਜ ਨੇ ਛਕਣਾ ਤੇ ਨਹੀਂ ਸੀ, ਪਰ ਗਰੀਬ ਨਵਾਜ਼ ਨੇ ਆਖਿਆ ਕੁਝ ਪੱਲੇ ਬੰਨ ਕੇ ਲੈ ਆਉਣਾ। ਫਿਰ ਇਹ ਲੈ ਕੇ ਆਏ ਸੀ ਤੰਬੂ ਦੇ ਵਿੱਚ, ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਆਪਣੇ ਕੋਲ ਹੀ ਰੱਖੋ, ਜਿੱਥੇ ਮੰਗਾਂਗੇ ਉੱਥੇ ਦਿਓ। ਤਾਂ ਉਹ ਹੁਣ ਬਚਨ ਮਹਾਰਾਜ ਯਾਦ ਕਰਾਉਂਦੇ ਆ ਕਿ ਤੁਹਾਨੂੰ ਯਾਦ ਹੈ ਕਿ ਨਹੀਂ? ਤੇ ਤਿੰਨਾਂ ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਆਪ ਜੀ ਦਾ ਹੁਕਮ ਮੰਨ ਕੇ ਤੇ ਪੱਲੇ ਬੰਨ ਕੇ ਲੈ ਕੇ ਆਏ ਹਾਂ। ਸਿਮਰਨ ਨਾਮ ਕਰਿਓ ਨਾਮ। ਤੇ ਉਸ ਤੋਂ ਬਾਅਦ ਮਹਾਰਾਜ ਰਸਤੇ ਵਿੱਚ ਆਪ ਜੀ ਨੇ ਪਿਛਲੇ ਪੜਾਵਾਂ ਤੇ ਕਿਤੇ ਵੀ ਯਾਦ ਨਹੀਂ ਕੀਤਾ, ਕਿਤੇ ਵੀ ਸਾਡੇ ਤੋਂ ਉਹ ਪਦਾਰਥ ਮੰਗਿਆ ਨਹੀਂ। ਤੇ ਅਸੀਂ ਵੀ ਮਹਾਰਾਜ ਆਪ ਜੀ ਦਾ ਬਚਨ ਬਣ ਕੇ ਤੇ ਉਹ ਪੱਲੇ ਬੰਨ ਕੇ ਹੀ ਲਿਆਂਦਾ, ਕਿਤੇ ਖੋਲ ਕੇ ਰੱਖਿਆ ਨਹੀਂ, ਉਹਨੂੰ ਸੁੱਟਿਆ ਨਹੀਂ ਹੈ। ਅਸੀਂ ਮਹਾਰਾਜ ਪੱਲੇ ਬੰਨ ਕੇ ਆਪ ਜੀ ਦਾ ਬਚਨ ਮੰਨ ਕੇ ਲੈ ਕੇ ਆਏ, ਉਸੇ ਤਰ੍ਹਾਂ ਪੱਲੇ ਬੰਨਿਆ ਹੋਇਆ ਹੈ। ਮਹਾਰਾਜ ਅਸੀਂ ਤਿੰਨਾਂ ਨੇ ਆਪਣੇ ਪੱਲੇ ਬੰਨਿਆ ਹੈ। ਹੁਕਮ ਹੋਏ ਕੋ ਦੇਖ ਖਾਵੇ। ਮਹਾਰਾਜ ਆਪ ਜੀ ਦਾ ਹੁਕਮ ਹੋਵੇ ਤੇ ਖੋਲ ਕੇ ਵਿਖਾ ਦਈਏ। ਸੁਨ ਕਹਿ ਸ੍ਰੀ ਗੁਰੂ ਤੇ ਫਰਮਾਈ। ਤਾਂ ਸੁਣ ਕੇ ਫਿਰ ਸੁਭਾਏ ਮਾਨ ਕੰਠ ਤੋਂ ਸਤਿਗੁਰੂ ਜੀ ਨੇ ਬਚਨ ਕੀਤਾ, ਆਪ ਸਭ ਜੀ ਕੋ ਦੇਖੋ ਦਿਖਾਈ। ਮਹਾਰਾਜ ਕਹਿੰਦੇ ਹੁਣ ਖੋਲ ਕੇ ਤੇ ਸਾਰਿਆਂ ਨੂੰ ਵਿਖਾ ਦਿਓ ਵੀ ਕੀ ਤੁਸੀਂ ਛਕ ਕੇ ਆਏ ਸੀ। ਹੁਣ ਉੱਥੇ ਜਿੰਨੇ ਉਦਾਸੀ ਸੀ ਸਾਧੂ ਉਹ ਵੀ ਸਾਰੇ ਬੈਠੇ ਆ ਮਹਾਰਾਜ ਦੇ ਪਲੰਘੇ ਦੇ ਆਲੇ ਨਾਲ, ਤੇ ਨਗਰ ਦੇ ਲੋਕ ਵੀ ਬਹੁਤੇ ਬੈਠੇ ਆ ਇਕੱਠੇ ਹੋ ਕੇ। ਤਾਂ ਗਰੀਬ ਨਵਾਜ਼ ਸਤਿਗੁਰੂ ਜੀ ਉਹ ਹੇਰਾ ਪਿੰਡ ਦੇ ਵਿੱਚ ਇਹ ਬਚਨ ਕੀਤਾ, ਕਿਰਪਾਲ ਦਾਸ ਉਦਾਸੀ ਦੇ ਡੇਰੇ। ਸਤਿਗੁਰੂ ਕਹਿੰਦੇ ਹੁਣ ਖੋਲ ਕੇ ਸਾਰਿਆਂ ਨੂੰ ਵਿਖਾ ਦਿਓ ਖਾਇਓ ਜਾ ਕੇ ਹੋ ਜਾਏ। ਵੀ ਤੁਸੀਂ ਉੱਥੇ ਕੀ ਛਕ ਕੇ ਆਏ ਜੇ
ਇਹ ਸਾਰਾ ਜਾਣਿਆ ਜਾਵੇਗਾ, ਸਾਰੇ ਵੇਖ ਲੈਣਗੇ, ਸਾਰੇ ਸਮਝ ਲੈਣਗੇ। ਤੇ ਤੁਹਾਡੇ ਹਿਰਦੇ ਦਾ ਜਿਹੜਾ ਸੰਸਾ ਵੀ ਮਾਰੇ ਕਹਿੰਦੇ ਖਤਮ ਹੋ ਜਾਵੇਗਾ। ਉਸ ਵੇਲੇ ਤਿੰਨਾਂ ਸਿੰਘਾਂ ਨੇ, ਪਿਆਰੇ ਦਇਆ ਸਿੰਘ ਜੀ ਨੇ, ਪਿਆਰੇ ਧਰਮ ਸਿੰਘ ਜੀ ਨੇ, ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ, ਤਿੰਨਾਂ ਸਿੰਘਾਂ ਨੇ ਆਪਣੇ ਪੱਲੇ ਤੋਂ ਪਦਾਰਥ ਖੋਲਿਆ ਹੈ। ਤਾਂ ਉਸ ਵੇਲੇ ਹੱਥ ਦੀ ਤਲੀਆਂ ਦੇ ਉੱਤੇ ਰੱਖ ਕਰਕੇ ਸਾਰਿਆਂ ਦੇ ਅੱਗੇ ਕਰਕੇ ਸਾਰਿਆਂ ਨੂੰ ਵਿਖਾਇਆ ਹੈ ਗੁਰੂ ਜੀ ਦਾ ਬਚਨ ਮੰਨ ਕੇ। ਉਹ ਜਦੋਂ ਸਾਰਿਆਂ ਨੂੰ ਦਿੱਤਾ ਤੇ ਉਹਨਾਂ ਨੇ ਫਿਰ ਵੇਖਿਆ ਤੇ ਵਿੱਚੋਂ ਸਵਾਦ ਕੀ ਆਇਆ ਹੈ? ਕੜਾਹ ਪ੍ਰਸ਼ਾਦ ਦਾ ਸਵਾਦ। ਉਹ ਕੜਾਹ ਪ੍ਰਸ਼ਾਦ ਹੈ ਤੇ ਬਾਕੀ ਸਾਰਿਆਂ ਨੂੰ ਵੀ ਉਹਦਾ ਸਵਾਦ ਵਿਖਾਇਆ ਤੇ ਉਹਨਾਂ ਵੇਖਿਆ। ਤੇ ਸਵਾਦ ਤੇ ਸਾਧ ਸੰਗਤ ਜੀ ਫਿਰ ਖਾ ਕੇ ਹੀ ਵੇਖਿਆ ਜਾਂਦਾ। ਸਵਾਦ ਜਿਹੜਾ ਵਾ ਉਹ ਹੱਥ ਦੀ ਤਲੀ ਤੇ ਭਾਵ ਉਹਨਾਂ ਦੀ ਹੱਥਾਂ ਦੀਆਂ ਤਲੀਆਂ ਤੇ ਦਿੱਤਾ, ਆਪਣੀਆਂ ਹੱਥਾਂ ਦੀਆਂ ਤਲੀਆਂ ਨਾਲ। ਤੇ ਉਹਨਾਂ ਸਾਰਿਆਂ ਨੇ ਫਿਰ ਵੇਖਿਆ ਉਹਨੂੰ। ਵੇਖਣ ਤੋਂ ਵੀ ਪਤਾ ਲੱਗ ਜਾਂਦਾ ਹੈ ਪਦਾਰਥ ਕੀ ਹੈ। ਤੇ ਜਿਸ ਵੇਲੇ ਉਹਨੂੰ ਰਸਨਾ ਤੇ ਰੱਖੀਏ ਤੇ ਰਸ ਦਾ ਤੇ ਪਤਾ ਫੇਰ ਹੀ ਪੂਰਾ ਲੱਗਦਾ ਹੈ, ਸਵਾਦ ਦਾ ਤਾਂ ਹੀ ਲੱਗਦਾ। ਉਹ ਜਿੰਨੇ ਸਾਧੂ ਸੀ, ਜਿੰਨੇ ਨਗਰ ਦੇ ਲੋਕ ਸੀ, ਉਹਨਾਂ ਦੀਆਂ ਵੀ ਤਲੀਆਂ ਤੇ ਰੱਖਿਆ, ਉਹਨਾਂ ਨੇ ਵੀ ਸਵਾਦ ਵੇਖਿਆ। ਤੇ ਸਵਾਦ ਕਿਹੜਾ ਆਇਆ? ਤਿਹਾਵਲ ਦਾ ਕੜਾਹ ਪ੍ਰਸ਼ਾਦ ਦੀ ਦੇਗ ਦਾ ਸਵਾਦ ਸਾਰਿਆਂ ਨੂੰ ਆਇਆ ਵੀ ਜੋ ਰਾਤ ਦੇ ਮੌਕੇ ਤੇ ਸਿੰਘਾਂ ਨੇ ਛਕਿਆ ਸੀ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਉਹਦੇ ਵਿੱਚੋਂ ਹੁਣੇ ਪਰਖੋ, ਸਾਰਿਆਂ ਨੂੰ ਵਿਖਾ ਕਰਕੇ। ਤੇ ਸਾਰਿਆਂ ਨੇ ਜਦੋਂ ਵੇਖਿਆ ਸਵਾਦ ਤੇ ਸਾਰਿਆਂ ਨੇ ਆਖਿਆ ਜੀ ਇਹ ਤਾਂ ਕੜਾਹ ਪ੍ਰਸ਼ਾਦ ਹੈ, ਇਹ ਤਾਂ ਕੜਾਹ ਪ੍ਰਸ਼ਾਦ ਦਾ ਹੀ ਸਵਾਦ ਆਉਂਦਾ ਹੈ। ਸਾਰੇ ਕਹਿਣ ਲੱਗੇ ਇਹ ਤਾਂ ਜੀ ਕੋਈ ਵੀ ਸੰਸਾ ਨਹੀਂ ਹੈ। ਹੁਣ ਨਾ ਤੇ ਉਹਨਾਂ ਸਾਧੂਆਂ ਨੂੰ ਪਤਾ ਇਸ ਕਹਾਣੀ ਦਾ ਤੇ ਨਾ ਨਗਰ ਦੇ ਲੋਕਾਂ ਨੂੰ ਪਤਾ ਵੀ ਇਹ ਕੜਾਹ ਪ੍ਰਸ਼ਾਦ ਕਿਵੇਂ ਬਣਿਆ। ਉਹ ਸਾਰੇ ਕਹਿੰਦੇ ਜੀ ਇਹਦੇ ਚ ਕਾਹਦਾ ਸ਼ੰਕਾ ਹੈ, ਤੇ ਹੈ ਹੀ ਕੜਾਹ ਪ੍ਰਸ਼ਾਦ, ਤੁਸੀਂ ਤਾਂ ਕੜਾਹ ਪ੍ਰਸ਼ਾਦ ਹੀ ਵਰਤਾ ਰਹੇ ਹੋ। ਤੇ ਸਾਰਿਆਂ ਨੇ ਫਿਰ ਸੋਇਆ ਸੋਇਆ ਛਕਿਆ, ਸਵਾਦ ਵੇਖਿਆ ਤੇ ਮਾਰੇ ਕਹਿੰਦੇ ਦੱਸੋ ਕਾਹਦਾ ਸਵਾਦ ਆਇਆ? ਕਹਿੰਦੇ ਜੀ ਇਹਦੇ ਚ ਤਾਂ ਕੋਈ ਸ਼ੰਕਾ ਹੀ ਨਹੀਂ, ਤੇ ਕੜਾਹ ਪ੍ਰਸ਼ਾਦ ਛਕਿਆ। ਹੁਣ ਹੈ ਤੇ ਗੋਸ਼ਤ ਸੀ, ਹੈ ਤੇ ਮਾਸ ਸੀ ਉਹਨਾਂ ਦਾ ਉੱਥੇ ਦਿੱਤਾ ਹੋਇਆ। ਪਰ ਜਦੋਂ ਮਹਾਰਾਜ ਨੇ ਆਖਿਆ ਤੁਸੀਂ ਵਾਹਿਗੁਰੂ ਕਹਿ ਕੇ ਅਰਦਾਸ ਕਰਕੇ ਤੇ ਕਿਰਪਾਨ ਭੇਟ ਕਰੋਗੇ ਤੇ ਕੜਾਹ ਪ੍ਰਸ਼ਾਦ ਬਣ ਜਾਵੇਗਾ। ਤੇ ਮਹਾਰਾਜ ਸਾਹਿਬ ਜੀ ਦੀ ਕਲਾ ਵਰਤੀ ਸੀ, ਇਸ ਕਰਕੇ ਕੜਾਹ ਪ੍ਰਸ਼ਾਦ ਬਣਿਆ। ਸਾਧ ਸੰਗਤ ਹੁਣ ਸਾਰੇ ਵੇਖ ਕੇ ਨਗਰ ਦੇ ਲੋਕ ਤੇ ਸਾਧੂ ਕਹਿੰਦੇ ਇਹਦੇ ਚ ਕੋਈ ਸੰਸਾ ਹੀ ਨਹੀਂ ਹੈ, ਕੜਾਹ ਪ੍ਰਸ਼ਾਦ ਹੈ। ਸ੍ਰੀ ਗੁਰੂ ਸਾਹਿਬ ਜੀ ਅਤੇ ਜਿੰਨੇ ਹੋਰ ਲੋਕ ਤੇ ਸਾਧੂ ਉਦਾਸੀ ਸਨ। ਮਹਾਰਾਜ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਾਰਿਆਂ ਨੇ ਵੇਖ ਕਰਕੇ ਸੰਸਾ ਦੂਰ ਕੀਤਾ ਹੈ। ਤੇ ਨਬੀ ਖਾਨ ਨੂੰ ਤੇ ਗਣੀ ਖਾਨ ਨੂੰ, ਦੋਨਾਂ ਪਠਾਨਾਂ ਨੂੰ ਉਸ ਵੇਲੇ ਦੋਨਾਂ ਪਠਾਨ ਭਰਾਵਾਂ ਦੀ ਸੇਵਾ ਵੇਖ ਕਰਕੇ ਮਹਾਰਾਜ ਸਾਹਿਬ ਬਹੁਤ ਹੀ ਖੁਸ਼ ਹੋਏ। ਦੋਨਾਂ ਦੇ ਉੱਤੇ ਬਹੁਤ ਹੀ ਖੁਸ਼ੀ ਕੀਤੀ। ਇਹ ਮਹਾਰਾਜ ਦੀ ਮੌਜ ਹੈ। ਗੁਰੂ ਸਾਹਿਬ ਜੀ ਦੀ ਖੁਸ਼ੀ ਕਿਹਨੇ ਲੈ ਜਾਣੀ? ਕੋਈ ਸਿੱਖਾਂ ਦੇ ਘਰੇ ਪੈਦਾ ਹੋ ਕੇ ਵੀ ਗੁਰੂ ਦੀ ਖੁਸ਼ੀ ਤੋਂ ਵਾਂਝਾ ਰਹਿ ਜਾਵੇ ਤੇ ਕੋਈ ਪਠਾਨਾਂ ਦੇ ਘਰੇ ਪੈਦਾ ਹੋ ਕੇ ਗੁਰੂ ਦੀ ਖੁਸ਼ੀ ਲੈ ਜਾਵੇ। ਕੋਈ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋ ਕੇ ਗੁਰੂ ਦੀ ਖੁਸ਼ੀ ਲੈ ਜਾਵੇ। ਇਹ ਤਾਂ ਮਹਾਰਾਜ ਦੀ ਮੌਜ ਹੈ, ਕਿਹਨੂੰ ਖੁਸ਼ੀ ਦੇ ਦੇਣੀ। ਜਿਵੇਂ ਹੁਣ ਟੋਡਰ ਮੱਲ ਨੇ ਸੇਵਾ ਕੀਤੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ, ਤੇ ਖੁਸ਼ੀ ਲੈ ਗਿਆ ਉਹ ਗੁਰੂ ਸਾਹਿਬ ਜੀ। ਮੋਤੀ ਰਾਮ ਜੀ ਨੇ ਦੁੱਧ ਪਿਆਉਣ ਦੀ ਸੇਵਾ ਕੀਤੀ, ਭਾਵੇਂ ਉਹਦਾ ਸਾਰਾ ਪਰਿਵਾਰ ਪੀੜ ਦਿੱਤਾ ਗਿਆ ਕੋਲੂ ਵਿੱਚ, ਪਰ ਖੁਸ਼ੀ ਤਾਂ ਉਹਨੂੰ ਗੁਰੂ ਸਾਹਿਬ ਦੀ ਮਿਲੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੇ ਤੇ ਆਖਿਆ ਵੀ ਇੱਕ ਤਿਲ ਵੀ ਇੱਥੋਂ ਚੁੱਕ ਕੇ, ਇੱਕ ਤੇਲ ਨਿੱਕਾ ਜਿਹਾ ਤੇਲ ਹੁੰਦਾ ਨਾ, ਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਇੱਕ ਤਿਲ ਚੁੱਕ ਕੇ ਵੀ ਇੱਧਰੋਂ ਇੱਧਰ ਰੱਖ ਦਿੰਦਾ ਨਾ, ਤੇ ਉਹ ਵੀ ਉਹਦੀ ਘਾਲ ਵਿਅਰਥ ਨਹੀਂ ਜਾਂਦੀ। ਕਿਉਂਕਿ ਮਹਾਰਾਜ ਸਾਹਿਬ ਜੀ ਉਹ ਉਨੀ ਘਾਲ ਘਾਲੀ ਹੋਈ ਵੀ ਥਾਈਂ ਲਿਖ ਲੈਂਦੇ ਆ ਵੀ ਇਸ ਮੌਕੇ ਤੇ ਇਹਨੇ ਆਹ ਸੇਵਾ ਕੀਤੀ। ਇੱਕ ਤਿਲ ਨਹੀਂ ਭੰਨਾ ਘਾਲ ਦੇ,
ਇੱਕ ਤਿਲ ਜਿੰਨੀ ਵੀ ਘਾਲ ਕੇ ਦੀ ਕੀਤੀ ਹੋਈ ਮਹਾਰਾਜ ਵਿਅਰਥ ਨਹੀਂ ਗਵਾਉਂਦੇ। ਤੇ ਕਿਹਨੂੰ ਸੇਵਾ, ਕਿਸ ਨੂੰ ਖੁਸ਼ੀ ਮਿਲ ਜਾਣੀ ਗੁਰੂ ਸਾਹਿਬ ਜੀ ਦੀ, ਕਿੰਨੇ ਖੁਸ਼ੀ ਤੋਂ ਖਾਲੀ ਰਹਿ ਜਾਣਾ। ਮਹਾਰਾਜ ਸਾਹਿਬ ਨੇ ਅੰਮ੍ਰਿਤ ਬਾਣੀ ਚ ਇੱਕ ਇਹ ਵੀ ਬਚਨ ਕਿਹਾ ਕਿ ਇੱਕ ਜਾਗਦੇ ਖਾਲੀ ਰਹਿ ਜਾਂਦੇ ਆ ਤੇ ਇੱਕ ਸੁੱਤਿਆਂ ਨੂੰ ਉਠਾਲ ਕੇ, ਸੁੱਤੇ ਪਿਆਂ ਨੂੰ ਉਠਾ ਕੇ ਦਾਤਾਂ ਦੇ ਦਿੰਦੇ ਮਹਾਰਾਜ ਸਾਹਿਬ। ਜਿਹੜੇ ਜਾਗਦੇ ਉਹ ਜਾਗਦੇ ਖਾਲੀ ਰਹਿ ਜਾਂਦੇ। ਕਈ ਵਾਰੀ ਜਾਗਣ ਵਾਲੇ ਨੂੰ ਘਮੰਡ ਵੀ ਹੋ ਜਾਂਦਾ ਕਿ ਆਪਾਂ ਤੇ ਜਾਗਦੇ ਆ। ਜਾਗਣ ਦੀ ਅਰਥੋਂ ਚ ਮਹਾਂਪੁਰਖਾਂ ਨੇ ਕਈ ਕੀਤੇ, ਕਿਤੇ ਪ੍ਰਤੱਖ ਸੌਣਾ ਤੇ ਪ੍ਰਤੱਖ ਜਾਗਣਾ, ਅੰਮ੍ਰਿਤ ਵੇਲੇ ਜਾਗਣਾ। ਤੇ ਇੱਕ ਜਾਗਣ ਦਾ ਅਰਥ ਕੀਤਾ ਵੀ ਆਪਣੇ ਆਪ ਨੂੰ ਜਾਗਿਆ ਹੋਇਆ, ਜਾਗਰੂਕ ਸਮਝਣਾ। ਜਾਗਰੂਕ ਉਹਨੂੰ ਵੀ ਜਾਗਿਆ ਹੋਇਆ ਕਹਿੰਦੇ ਨਾ, ਵੀ ਆਪਣੇ ਆਪ ਨੂੰ ਸਿਆਣਾ ਸਮਝਣਾ, ਵੀ ਦੂਜੇ ਨੂੰ ਤਾਂ ਸੋਝੀ ਕੋਈ ਨਹੀਂ, ਮੈਂ ਹੀ ਜ਼ਿਆਦਾ ਸਿਆਣਾ। ਤੇ ਮਹਾਰਾਜ ਨੇ ਆਖਿਆ ਵੀ ਕਈ ਵਾਰੀ ਉਹ ਜਿਹੜਾ ਜਾਗਿਆ ਹੋਇਆ ਉਹ ਖਾਲੀ ਰਹਿ ਜਾਂਦਾ ਤੇ ਸੁੱਤਾ ਹੀ ਲੈ ਜਾਂਦਾ ਦਾਤਾ। ਇੱਕ ਜਾ ਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਮਹਾਰਾਜ ਦੀ ਮੌਜ। ਹੁਣ ਇਹਨਾਂ ਨੇ ਸੇਵਾ ਕੀਤੀ ਹੈ, ਪਠਾਨ ਭਰਾਵਾਂ ਨੇ, ਨਬੀ ਖਾਨ ਨੇ, ਗਣੀ ਖਾਨ ਨੇ, ਉਹਨਾਂ ਦੀ ਸੇਵਾ ਦੇਖ ਕਰਕੇ, ਸੇਵਾ ਜਾਣ ਕੇ ਕਲਗੀਧਰ ਪਾਤਸ਼ਾਹ ਬਹੁਤੇ ਜ਼ਿਆਦਾ ਖੁਸ਼ ਹੋ ਗਏ ਇਹਨਾਂ ਦੇ ਉੱਤੇ। ਤਾਂ ਉਸ ਮੌਕੇ ਤੇ ਗਰੀਬ ਨਵਾਜ ਸਾਹਿਬ ਜੀ ਨੇ ਉਹ ਕੜੇ ਜਿਨ੍ਹਾਂ ਦੇ ਉੱਤੇ ਸੋਨਾ ਤੇ ਜਵਾਹਰਾਤ ਹੀਰੇ ਜੜੇ ਹੋਏ ਹਨ, ਹਿਰਦੇ ਦੀ ਖੁਸ਼ੀ ਦੇ ਨਾਲ ਮਹਾਰਾਜ ਨੇ ਹਿਰਦੇ 'ਚ ਖੁਸ਼ ਹੋ ਕਰਕੇ ਸੋਨਾ ਜੜਿਆ, ਸੋਨੇ ਦੇ ਕੜੇ ਤੇ ਉਹਦੇ ਵਿੱਚ ਹੀਰੇ ਜੜੇ ਹੋਏ ਆ। ਉਹ ਸੋਨੇ ਦੇ ਕੜੇ ਹੀਰਿਆਂ ਵਾਲੇ ਬਖਸ਼ਿਸ਼ ਕੀਤੇ। ਫਿਰ ਮਹਾਰਾਜ ਸਾਹਿਬ ਜੀ ਨੇ ਇੱਕ ਕਾਗਜ਼ ਦੇ ਉੱਤੇ ਪਟਾ ਲਿਖ ਕੇ ਦੇ ਦਿੱਤਾ, ਭਾਵ ਆਪਣਾ ਹੁਕਮਨਾਮਾ ਲਿਖ ਕੇ ਦੇ ਦਿੱਤਾ। ਉਹ ਪਟੇ ਉੱਤੇ ਕੀ ਲਿਖਿਆ? ਕਲਗੀਧਰ ਪਾਤਸ਼ਾਹ ਨੇ ਆਪਣੀ ਸਾਰੀ ਸੰਗਤ ਨੂੰ, ਖਾਲਸਾ ਸੰਗਤ ਨੂੰ ਆਪਣਾ ਹੁਕਮ ਕੀਤਾ, ਆਪਣੀ ਆਗਿਆ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਇਹ ਗਨੀ ਖਾਨ ਨੇ ਤੇ ਨਬੀ ਖਾਨ ਨੇ ਸਾਡੀ ਸੇਵਾ ਬੜੀ ਕੀਤੀ ਹੈ। ਬਹੁਤ ਪਿਆਰ ਦੇ ਨਾਲ ਇਹਨਾਂ ਨੇ ਪਲੰਘਾ ਚੁੱਕਣ ਦੀ ਸੇਵਾ ਕੀਤੀ। ਇਹ ਮਾਛੀਵਾੜੇ ਪਿੰਡ ਤੋਂ ਲੈ ਕਰਕੇ ਤੇ ਹੇਰਾ ਪਿੰਡ ਤੱਕ ਇਹ ਸਾਨੂੰ ਲੈ ਕਰਕੇ ਆਏ ਆ। ਇਹਨਾਂ ਨੇ ਬੜੇ ਪਿਆਰ ਦੇ ਨਾਲ ਇਸ ਔਖੇ ਸਮੇਂ ਦੇ ਵਿੱਚ, ਜਦੋਂ 4 ਚੁਫੇਰੇ ਲੱਖਾਂ ਫੌਜ ਸਾਨੂੰ ਲੱਭ ਰਹੀ ਸੀ, ਉਸ ਮੌਕੇ ਤੇ ਇਹਨਾਂ ਨੇ ਸਾਡੀ ਸੇਵਾ ਕੀਤੀ। ਇਹਨਾਂ ਬੜੇ ਪਿਆਰ ਨਾਲ ਸਾਡੀ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਸਾਡੇ ਸਿੱਖ ਇਸ ਪਰਿਵਾਰ ਨੂੰ ਸਦਾ ਵਾਸਤੇ ਮੰਨਣ, ਭਾਵ ਇਸ ਪਰਿਵਾਰ ਦਾ ਸਦਾ ਵਾਸਤੇ ਸਤਿਕਾਰ ਕੀਤਾ ਜਾਵੇ, ਹਰ ਤਰ੍ਹਾਂ ਨਾਲ ਸਤਿਕਾਰ, ਕਿ ਇਹਨਾਂ ਨੂੰ ਮਾਇਆ ਵੀ ਦਿੱਤੀ ਜਾਵੇ, ਇਹਨਾਂ ਦਾ ਸਤਿਕਾਰ ਕੀਤਾ ਜਾਵੇ, ਇਹਨਾਂ ਦਾ ਆਦਰ ਕੀਤਾ ਜਾਵੇ। ਇਹ ਲਿਖ ਕੇ ਦਿੱਤਾ, ਜਿਵੇਂ ਕਿਹਾ ਜਾਂਦਾ ਨਾ ਵੀ ਕੋਈ ਗੱਲ ਲਿਖ ਕੇ ਦੇਣੀ। ਮਹਾਰਾਜ ਸਾਹਿਬ ਜੀ ਨੇ ਲਿਖ ਕੇ ਪਟਾ ਕਰਕੇ ਦੇ ਦਿੱਤਾ ਕਿ ਸਾਡੀ ਸਾਰੀ ਸੰਗਤ ਇਸ ਪਰਿਵਾਰ ਨੂੰ ਮੰਨੇ, ਭਾਵ ਇਹਦਾ ਸਤਿਕਾਰ ਕਰੇ, ਇਹਨਾਂ ਦੀ ਸਹਾਇਤਾ ਕਰੇ, ਇਹਨਾਂ ਦਾ ਆਦਰ ਕਰੇ। ਸੰਗਤ ਦੇ ਹਿੱਸੇ ਤੇ ਮਹਾਰਾਜ ਕਹਿੰਦੇ ਵੀ ਸਾਡੀ ਸਾਰੀ ਸੰਗਤ ਜੋ ਹੈ ਨਾ, ਉਹ ਸਾਡੀ ਸੇਵਾ ਦਾ ਇਹਨਾਂ ਨੂੰ ਵੱਟਾ ਦੇਵੇ, ਵੀ ਸੇਵਾ ਦਾ ਬਦਲਾ ਦੇਵੇ। ਇਹਨਾਂ ਨੇ ਸਾਡੀ ਸੇਵਾ ਕੀਤੀ ਆ ਤੇ ਸੇਵਾ ਇਹਨਾਂ ਦੀ ਕਰੇ ਸਾਡੀ ਸੰਗਤ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਵੀ ਗੁਰੂ ਕੀ ਸੇਵਾ ਕਰਦਾ ਉਹਦੀ ਸੇਵਾ ਹੁੰਦੀ ਹੁੰਦੀ ਹੈ। ਮਹਾਰਾਜ ਨੇ ਤਾਂ ਲਿਖ ਕੇ ਉੱਥੇ ਵੀ ਬਚਨ ਲਿਖ ਕੇ ਦਿੱਤਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵੀ ਬਚਨ ਲਿਖਿਆ ਹੋਇਆ ਵੀ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਤੇ ਸੰਸਾਰ ਨੇ, ਸੰਗਤ ਨੇ ਉਹਦੀ ਵੀ ਸੇਵਾ ਕੀਤੀ। ਇਹ ਮਰਿਆਦਾ ਹੈ ਸੁਭਾਵਕ, ਇਹ ਨਿਯਮ ਹੈ ਪਰਮੇਸ਼ਰ ਦਾ, ਗੁਰੂ ਸਾਹਿਬ ਜੀ ਦਾ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਤੇ ਅਖੀਰਲੀ ਪੰਕਤੀ ਹੈ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ।
ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਿਆ, ਸਤਿਗੁਰਾਂ ਦੀ ਪੂਜਾ ਕੀਤੀ, ਸਤਿਗੁਰਾਂ ਦੀ ਸੇਵਾ ਕੀਤੀ, ਤੇ ਹਰੀ ਪਰਮੇਸ਼ਰ ਨੇ ਉਹ ਸਤਿਗੁਰਾਂ ਦੀ ਸੇਵਾ ਕਰਨ ਵਾਲਿਆਂ ਦੀ ਵੀ ਪੂਜਾ ਕਰਾ ਦਿੱਤੀ, ਉਹਨਾਂ ਦੀ ਵੀ ਸੇਵਾ ਕਰਵਾ ਦਿੱਤੀ। ਤਾਂ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਵੀ ਮੇਰੀ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਨਾ, ਸਾਡੀ ਜੋ ਸੇਵਾ ਕੀਤੀ ਹੈ, ਤੇ ਸਾਡੀ ਸੰਗਤ, ਸਾਡਾ ਹੁਕਮ ਹੈ ਵੀ ਇਹਨਾਂ ਇਸ ਪਰਿਵਾਰ ਦੀ ਸੇਵਾ ਕਰਕੇ ਮੇਰੀ ਸੇਵਾ ਦਾ ਵੱਡਾ ਸੱਟਾ, ਉਹ ਸੇਵਾ ਦੇ ਬਦਲੇ ਇਹਨਾਂ ਨੂੰ, ਇਹਨਾਂ ਦੀ ਸੇਵਾ ਕਰੇ। ਇਸ ਤਰ੍ਹਾਂ ਮਹਾਰਾਜ ਨੇ ਪਟਾ ਲਿਖ ਕਰਕੇ ਦੇ ਕੇ, ਖੁਸ਼ੀ ਕਰਕੇ ਦੋਨਾਂ ਭਰਾਵਾਂ ਨੂੰ, ਗਨੀ ਖਾਨ ਨਬੀ ਖਾਨ ਨੂੰ ਵਿਦਾ ਕਰ ਦਿੱਤਾ। ਬਹੁਤ ਹੀ ਆਨੰਦ ਦੇ ਸਹਿਤ ਹੋਏ ਮਹਾਰਾਜ ਨੂੰ ਨਮਸਕਾਰ ਕਰਕੇ। ਆਨੰਦ ਇਹ ਹੈ, ਖੁਸ਼ੀ ਇਹ ਹੈ ਕਿ ਗਰੀਬ ਨਵਾਜ਼ ਨੇ ਕਿਰਪਾ ਕੀਤੀ, ਸਾਡੇ ਤੋਂ ਆਪਣੀ ਸੇਵਾ ਲੈ ਲੈ। ਸਾਧ ਸੰਗਤ ਜੀ, ਜਿਹਦੇ ਤੇ ਮਹਾਰਾਜ ਕਿਰਪਾ ਕਰਦੇ, ਜਿਹਨੂੰ ਉਦਮ ਬਖਸ਼ਦੇ ਆ, ਜਿਸ ਨੂੰ ਮੱਤ ਦਿੰਦੇ ਆ, ਜਿਸ ਨੂੰ ਪ੍ਰੇਰਨਾ ਦਿੰਦੇ ਆ, ਜਿਹਦੇ ਤੇ ਬਖਸ਼ਿਸ਼ ਕਰਦੇ, ਉਹਦੇ ਤੋਂ ਸੇਵਾ ਲੈ ਲੈਂਦੇ। ਮਹਾਰਾਜ ਸਾਹਿਬ ਜੀ ਆਪਣੀ ਸੇਵਾ, ਤੇ ਸੇਵਾ ਉਹੀ ਕਰਦਾ ਜਿਹਦੇ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ, ਆਪ ਜਿਹਦੇ ਤੇ ਰਹਿਮਤ ਕਰਦੇ, ਉਹਦੇ ਤੋਂ ਆਪਣੀ ਸੇਵਾ ਲੈਂਦੇ। ਹੁਣ ਇਹਨਾਂ ਦੇ ਮਨ ਵਿੱਚ ਇਹ ਆਨੰਦ ਹੈ, ਇਹ ਖੁਸ਼ੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਹੋਏ। ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕ ਕੇ, ਬੰਦਨਾ ਕਰਕੇ ਬਹੁਤ ਆਨੰਦ ਦੇ ਨਾਲ ਵਾਪਸ ਮੁੜੇ ਹਨ। ਪਿੱਛੇ ਮੁੜ ਕਰਕੇ ਫਿਰ ਆਪਣੇ ਨਗਰ ਨੂੰ ਚੱਲ ਪਏ, ਨਗਰ ਨੂੰ ਚਲੇ ਗਏ। ਤਾਂ ਤਿੰਨ ਸਿੰਘ ਹੁਣ ਮਹਾਰਾਜ ਸਾਹਿਬ ਦੇ ਪਾਸ ਰਹਿ ਗਏ ਹਨ। ਜਦੋਂ ਗਨੀ ਖਾਨ ਤੇ ਨਬੀ ਖਾਨ ਨੂੰ ਵਾਪਸ ਮੋੜ ਦਿੱਤਾ ਨਾ, ਤੇ ਇਹ ਸਾਧ ਜੋ ਕਿਰਪਾਲ ਦਾਸ ਹੈ, ਇਹ ਕਿਰਪਾਲ ਦਾਸ ਸਾਧੂ ਨੇ ਵੇਖਿਆ ਹੈ। ਹੁਣ ਮਨ ਦੇ ਵਿੱਚ ਸੋਚਣ ਲੱਗ ਪਿਆ, ਜਿਵੇਂ ਪਿੱਛੇ ਉਹ ਜੱਟ ਸੋਚਣ ਲੱਗ ਪਿਆ ਸੀ, ਉਸੇ ਤਰ੍ਹਾਂ ਦਾ ਫੁਰਨਾ ਇਹਦੇ ਮਨ ਵਿੱਚ ਵੀ ਆ ਗਿਆ। ਤੋ ਇਹਦੇ ਮਨ ਦੇ ਵਿੱਚ ਵੀ ਉਸੇ ਤਰ੍ਹਾਂ ਖਿਆਲ ਆ ਗਿਆ, ਮਨ 'ਚ ਸੋਚਦਾ ਕਿ ਹੁਣ ਮਹਾਰਾਜ ਸਾਹਿਬ ਜੀ ਮੇਰੇ ਕੋਲੇ ਰਹਿਣਗੇ। ਉਹ ਫੱਤੋ ਜੱਟ ਸੀ, ਤੇ ਉਹ ਫੱਤੇ ਜੱਟ ਨੇ ਜਿਵੇਂ ਸੋਚਿਆ ਸੀ, ਉਸੇ ਤਰ੍ਹਾਂ ਹੀ ਹੁਣ ਕਿਰਪਾਲ ਦਾਸ ਦੇ ਮਨ 'ਚ ਵਿਚਾਰ ਆ ਗਏ। ਇਹਨਾਂ ਨੇ ਹੁਣ ਪਠਾਣਾ ਨੂੰ ਤਾਂ ਵਾਪਸ ਮੋੜ ਦਿੱਤਾ ਵਾ, ਤੇ ਪਲੰਗੇ ਤੇ ਆਏ ਚੜ੍ਹ ਕੇ ਹੁਣ ਤਿੰਨੇ ਸੇਖੀ ਰਹਿ ਗਏ ਮਹਾਰਾਜ ਦੇ ਕੋਲੇ, ਤੇ ਹੁਣ ਫਿਰ ਮੇਰੇ ਕੋਲੇ ਰਹਿਣਾ ਚਾਹੁੰਦੇ ਹੋਣ। ਉਹ ਮਨ ਵਿੱਚ ਸੋਚਾਂ ਚੱਲ ਪਈਆਂ। ਜਿੱਥੇ ਇਹ ਵਿਚਾਰ ਆਈ ਕਿ ਹੁਣ ਮੇਰੇ ਡੇਰੇ ਰਹਿਣਗੇ, ਤੇ ਇਹਦੇ ਤੋਂ ਅਗਲੀ ਵਿਚਾਰ ਵੀ ਨਾਲ ਹੀ ਆ ਗਈ ਕਿ ਜੇ ਇੱਥੇ ਰਹਿਣਗੇ ਤੇ ਫਿਰ ਤੁਰ ਕੇ ਇੱਥੇ ਆਉਣ, ਫੌਜ ਇੱਥੇ ਆ ਜਾਵੇਗੀ ਲੱਭਦੀ ਲੱਭਦੀ, ਇੱਥੇ ਤੇ ਬੜਾ ਝਗੜਾ ਹੋ ਜਾਵੇਗਾ, ਬੜੇ ਬਖੇੜੇ ਪੈ ਜਾਣਗੇ, ਤੇ ਮੇਰਾ ਡੇਰਾ ਤੇ ਬਰਬਾਦ ਹੋ ਜਾਵੇਗਾ, ਮੇਰਾ ਡੇਰਾ ਤੇ ਉਜੜ ਜਾਵੇਗਾ। ਤੇ ਮਨ 'ਚ ਹੀ ਸੋਚਦਾ ਵਾ ਵੀ ਮੈਂ ਤੇ ਡੇਰਾ ਬੜੇ ਚਿਰ 'ਚ ਬਣਾਇਆ, ਹੌਲੀ ਹੌਲੀ ਕਰਕੇ ਬਣਾਇਆ, ਹੌਲੀ ਹੌਲੀ ਕਰਕੇ ਇਹ ਡੇਰਾ ਜਿਹੜਾ ਇਹਨੂੰ ਮੈਂ ਆਬਾਦ ਕੀਤਾ, ਡੇਰੇ ਨੂੰ ਵਸਾਇਆ, ਇੰਨੇ ਕਮਰੇ ਬਣਾਏ, ਇੰਨਾ ਕੁਝ ਬਣਾਇਆ, ਤੇ ਮੇਰਾ ਤੇ ਡੇਰਾ ਹੀ ਉਜੜ ਜਾਵੇਗਾ ਜੇ ਫੌਜ ਇੱਥੇ ਚੜ੍ਹ ਕੇ ਆ ਗਈ। ਤਾਂ ਉਸ ਵੇਲੇ ਤੁਰਕਾਂ ਦੇ ਡਰ ਕਰਕੇ ਭਰਮਦਾ ਹੈ, ਡੋਲ ਗਿਆ। ਤੇ ਪੱਕਾ ਨਹੀਂ ਰਿਹਾ, ਇਹਦਾ ਵਿਸ਼ਵਾਸ ਦ੍ਰਿੜ ਨਹੀਂ ਰਿਹਾ, ਡੋਲ ਗਿਆ, ਭਰਮ ਗਿਆ ਕਿਰਪਾਲ ਦਾਸ ਉਦਾਸੀ। ਤੇ ਰਾਤ ਦੇ ਮੌਕੇ ਤੇ ਉਸੇ ਰਾਤ ਹੀ, ਹਲੇ ਪਹਿਲੀ ਰਾਤ ਹੀ ਆ, ਤੇ ਉਸੇ ਰਾਤ ਹੀ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗ ਪਿਆ, ਕਹਿਣ ਲੱਗਾ ਕਿ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ, ਤੁਸੀਂ ਤੇ ਬਹੁਤ ਵੱਡੇ ਦਇਆ ਦੇ ਖਜ਼ਾਨੇ ਹੋ। ਮਹਾਰਾਜ ਆਪ ਇਸ ਪਿੰਡ ਦੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਨਾ ਨੇੜੇ ਨੇੜੇ ਦੇ, ਇਹਨਾਂ 'ਚ ਤੁਰਕ ਬੜੇ ਰਹਿੰਦੇ, ਇਹਨਾਂ ਸਾਰੇ ਮੁਸਲਮਾਨ ਹੀ ਰਹਿੰਦੇ। ਮਹਾਰਾਜ ਇਹਨਾਂ ਪਿੰਡਾਂ ਵਿੱਚ ਮੁਸਲਮਾਨਾਂ ਦੀ ਆਬਾਦੀ ਹੈ। ਨਗਰਾਂ ਦੇ ਨਾਂ ਦੱਸਦਾ ਹੈ ਕਿ ਹਲਵਾ,
ਰੇੜਾ ਅਤੇ ਤਲਵੰਡੀ ਇਹ ਜਿੰਨੇ ਪਿੰਡ ਹਨ ਮੁਸਲਮਾਨ ਕੇ ਪਿੰਡ ਅਖੰਡੀ। ਮਹਾਰਾਜ ਇਹ ਸਾਰੇ ਇੱਕ ਰਸ ਇਹ ਮੁਸਲਮਾਨਾਂ ਦੇ ਹੀ ਪਿੰਡ ਵਾ, ਇਹਨਾਂ 'ਚ ਹੋਰ ਲੋਕ ਨਹੀਂ ਰਹਿੰਦੇ, ਇੱਥੇ ਮੁਸਲਮਾਨਾਂ ਦੀ ਹੀ ਆਬਾਦੀ ਹੈ। ਰਹਿ ਹਜ਼ਾਰਾਂ ਸੁਣ ਸੁਣ ਜਗੈ। ਇਹ ਗਰੀਬ ਨਵਾਜ ਇਹਨਾਂ ਪਿੰਡਾਂ ਵਿੱਚ ਹਜ਼ਾਰਾਂ ਮੁਸਲਮਾਨ ਰਹਿੰਦੇ ਆ ਲਾਗੇ ਲਾਗੇ ਦੇ ਪਿੰਡਾਂ 'ਚ, ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਕਿਰਪਾਲ ਦਾਸ ਉਦਾਸੀ ਦੇ ਡੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਆਏ ਹਨ, ਤੇ ਫਿਰ ਮਹਾਰਾਜ ਬਹੁਤੇ ਤੁਰਕ ਚੜ ਕੇ ਚੜ੍ਹਾਈ ਕਰਕੇ ਆ ਜਾਣਗੇ ਮੇਰੇ ਡੇਰੇ ਤੇ। ਇਸ ਕਰਕੇ ਇਹ ਸਤਿਗੁਰੂ ਮੇਰੇ ਤੋਂ ਆਪ ਜੀ ਨੂੰ ਰੱਖਿਆ ਨਹੀਂ ਜਾਣਾ ਡੇਰੇ 'ਚ। ਮਹਾਰਾਜ ਮੈਂ ਆਪਣੇ ਡੇਰੇ ਵਿੱਚ ਆਪ ਜੀ ਨੂੰ ਰੱਖ ਨਹੀਂ ਸਕਦਾ ਹਾਂ। ਇਸ ਕਰਕੇ ਇਹ ਸਤਿਗੁਰੂ ਤੁਸੀਂ ਵੀ ਜਾਣੋ ਕਿ ਇਹ ਥਾਂ ਆਪ ਜੀ ਦੇ ਰਹਿਣ ਯੋਗ ਨਹੀਂ ਹੈ। ਇੱਥੇ ਮਹਾਰਾਜ ਫੌਜ ਚੜ ਕੇ ਆ ਜਾਵੇਗੀ ਤੇ ਮੇਰਾ ਡੇਰਾ ਉਜੜ ਜਾਵੇਗਾ, ਇੱਥੇ ਲੜਾਈ ਹੋ ਜਾਵੇਗੀ, ਝਗੜਾ ਹੋ ਜਾਵੇਗਾ, ਤੇ ਸਤਿਗੁਰੂ ਆਪ ਜੀ ਦੇ ਰਹਿਣ ਯੋਗ ਇਹ ਥਾਂ ਨਹੀਂ ਹੈ। ਮਹਾਰਾਜ ਜਿਹੜਾ ਅੱਗੇ ਲੰਮਾ ਪਿੰਡ ਹੈ ਨਾ ਉੱਥੇ ਆਪ ਜੀ ਚਲੇ ਜਾਓ। ਤੇ ਮਹਾਰਾਜ ਉਹ ਕੋਈ ਦਾ ਪੇਚ ਦੇ ਨਾਲ ਆਪ ਜੀ ਨੂੰ ਉੱਥੇ ਰੱਖ ਲੈਣਗੇ। ਉਸ ਪਿੰਡ ਦੇ ਲੋਕ ਲੰਮੇ ਪਿੰਡ ਦੇ ਮਹਾਰਾਜ ਲੋਕ ਆਪ ਜੀ ਨੂੰ ਰੱਖ ਲੈਣਗੇ। ਤੇ ਗਰੀਬ ਨਵਾਜ ਉਸ ਨਗਰ ਵਿੱਚ ਜਿਹੜੇ ਲੋਕ ਵਸਦੇ ਹਨ ਉਹ ਦਾਦੇ ਤੋਂ ਲੈ ਕੇ ਪੋਤੇ ਤੱਕ ਸਾਰੇ ਹੀ ਉਹ ਲੜਨ ਵਿੱਚ ਬੜੇ ਪੱਕੇ ਆ। ਉਹਨਾਂ ਨੂੰ ਮਹਾਰਾਜ ਲੜਾਈ ਕਰਨੀ ਆਉਂਦੀ ਆ। ਉਹਨਾਂ ਦੇ ਦਾਦੇ ਵੀ ਲੜਦੇ ਰਹੇ ਆ ਤੇ ਪੋਤੇ ਵੀ ਲੜਦੇ ਰਹੇ ਆ। ਉਹ ਬੜੇ ਪੱਕੇ ਲੜਾਈ ਕਰਨ ਦੇ ਵਿੱਚ ਲੰਮੇ ਪਿੰਡ ਵਾਲੇ ਲੋਕ। ਉਹ ਦਾਦੇ ਪੋਤੇ ਤੋਂ ਲੈ ਕਰਕੇ ਸਾਰੇ ਮਹਾਰਾਜ ਉਹ ਲੜਨ ਵਿੱਚ ਪੱਕੇ ਹਨ। ਉਹ ਕਿਸੇ ਤੋਂ ਡਰ ਨਹੀਂ ਕਰਦੇ। ਤੇ ਸੁਣ ਕਰਕੇ ਉਦਾਸੀ ਸਾਧੂ ਤੋਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਹਾਰਾਜ ਕਹਿੰਦੇ ਉਹ ਸਾਧਾ ਤੁਰਕਾਂ ਤੋਂ ਸਾਨੂੰ ਡਰਾਉਣਾ ਹੈ। ਤੂੰ ਤੁਰਕਾਂ ਦਾ ਡਰ ਦੇਣਾ ਵੀ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਹਜ਼ਾਰਾਂ ਤੁਰਕ ਰਹਿੰਦੇ ਆ, ਤੂੰ ਤੁਰਕਾਂ ਤੋਂ ਸਾਨੂੰ ਡਰ ਦੇਣਾ ਹੈ। ਤੇ ਮਹਾਰਾਜ ਕਹਿੰਦੇ ਇਹਨਾਂ ਜ਼ਾਲਮਾਂ ਨੂੰ ਜਾਬਰਾਂ ਨੂੰ ਜਿਹੜੇ ਸਾਡੇ ਤੇ ਚੜ ਕੇ ਆਉਣਗੇ ਤੂੰ ਕਹਿਣਾ, ਕਿਉਂਕਿ ਦੂਜਿਆਂ ਦੇ ਤੇ ਵੇਖੋ ਮੁਸਲਮਾਨ ਤੇ ਗਣੀ ਖਾਨ ਨਬੀ ਖਾਨ ਵੀ ਆ, ਉਹ ਤਾਂ ਪੀਰ ਬੁੱਧੂ ਸ਼ਾਹ ਵੀ ਸਾਰਿਆਂ ਨੂੰ ਨਹੀਂ ਮਹਾਰਾਜ ਕਹਿੰਦੇ। ਜਿਨ੍ਹਾਂ ਬਾਰੇ ਇਹ ਉਦਾਸੀ ਨੇ ਆਖਿਆ ਵਾ ਵੀ ਉਹ ਮਹਾਰਾਜ ਤੁਹਾਡੇ ਤੇ ਚੜ੍ਹਾਈ ਕਰਕੇ ਆ ਜਾਣਗੇ ਤੇ ਗੁਰੂ ਸਾਹਿਬ ਤੇ ਚੜ੍ਹਾਈ ਕਰਕੇ ਉਹਨਾਂ ਨੇ ਆਉਣਾ ਜਿਨ੍ਹਾਂ ਨੇ ਜ਼ੁਲਮ ਕਰਨਾ, ਜਿਹੜੇ ਜਾਬਰ ਲੋਕ ਆ ਉਹਨਾਂ ਵਾਸਤੇ, ਜ਼ਾਲਮਾਂ ਵਾਸਤੇ ਕਹਿੰਦੇ ਆ, ਸਾਰੇ ਮੁਸਲਮਾਨਾਂ ਵਾਸਤੇ ਨਹੀਂ ਕਹਿੰਦੇ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਕਿ ਤੂੰ ਇਹਨਾਂ ਜ਼ਾਲਮ ਤੁਰਕਾਂ ਤੋਂ ਸਾਨੂੰ ਡਰਾਉਣਾ ਹੈ। ਅਸੀਂ ਤੇ ਸਦਾ ਹੀ ਇਹਨਾਂ ਨੂੰ ਮਾਰਦੇ ਰਹੇ ਹਾਂ ਜ਼ਾਲਮਾਂ ਨੂੰ। ਮਹਾਰਾਜ ਕਹਿੰਦੇ ਤੂੰ ਆਪ ਉਹਨਾਂ ਤੋਂ ਡਰਦਾ ਹੈ ਤੇ ਡਰ ਦੇ ਨਾਲ ਤੂੰ ਦੁਖੀ ਹੋ ਰਿਹਾ ਹੈ। ਇਸ ਕਰਕੇ ਤੂੰ ਤੁਰਕਾਂ ਦਾ ਡਰ ਧਾਰਨ ਕਰ ਲਿਆ ਹੈ ਤੇ ਤਾਂ ਕਰਕੇ ਸਾਡਾ ਜਿਹੜਾ ਭਰੋਸਾ ਉਹ ਤੇਰੇ ਹਿਰਦੇ ਵਿੱਚੋਂ ਨਾਸ ਹੋ ਗਿਆ ਹੈ। ਤੇਰੇ ਹਿਰਦੇ 'ਚ ਸਾਡੇ ਤੇ ਭਰੋਸਾ ਨਹੀਂ ਰਹਿ ਗਿਆ। ਮਹਾਰਾਜ ਕਹਿੰਦੇ ਤੇਰੇ ਹਿਰਦੇ 'ਚੋਂ ਸਾਡਾ ਭਰੋਸਾ ਨਾਸ ਹੋ ਗਿਆ ਹੈ, ਇਸੇ ਕਰਕੇ ਤੁਰਕਾਂ ਦਾ ਜਿਹੜਾ ਤੈਨੂੰ ਡਰ ਵਿਆਪ ਰਿਹਾ ਹੈ। ਤੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਸਰਾਪ ਰੂਪੀ ਬਚਨ ਕਹਿੰਦੇ ਹੋ ਗਿਆ ਹੈ ਸਾਧ ਕਿਰਪਾਲ ਦਾਸ ਇਹ ਉਦਾਸੀ। ਮਹਾਰਾਜ ਕਹਿੰਦੇ ਵੀ ਤੇਰੇ ਹਿਰਦੇ ਦੇ ਵਿੱਚੋਂ ਸਾਡਾ ਨਿਸ਼ਚਾ ਨਾਸ ਹੋ ਗਿਆ ਹੈ, ਇਸ ਕਰਕੇ ਤੁਰਕੇ ਤੈਨੂੰ ਡਰ ਦੇਣਗੇ, ਤੂੰ ਤੁਰਕਾਂ ਤੋਂ ਹੀ ਡਰਦਾ ਰਹੇਗਾ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਐਸਾ ਬਚਨ ਕੀਤਾ, ਕਹਿੰਦੇ ਵੀ ਇਹ ਸਰਾਪ ਰੂਪੀ ਬਚਨ ਹੋ ਗਿਆ।
ਸੁਭਾਵਿਕ ਹੀ ਜਿਹੜਾ ਮਹਾਰਾਜ ਦਾ ਬਚਨ ਹੈ ਸਾਧ ਸੰਗਤ ਜੀ, ਜਿਹੜਾ ਇਸ ਤਰ੍ਹਾਂ ਦਾ ਹੈ ਉਹਨੂੰ ਸਰਾਪ ਰੂਪੀ ਮੰਨਿਆ ਜਾਂਦਾ। ਜਿਹੜਾ ਕੋਈ ਖੁਸ਼ੀ ਵਿੱਚੋਂ ਮਹਾਰਾਜ ਦਾ ਬਚਨ ਹੁੰਦਾ ਉਹਨੂੰ ਵਰਦਾਨ ਮੰਨਿਆ ਜਾਂਦਾ। ਕਈ ਵਾਰੀ ਕਹਿ ਦਿੱਤਾ ਜਾਂਦਾ ਨਾ ਕਿ ਨਹੀਂ ਜੀ ਵਾਰ ਨਹੀਂ ਕੋਈ ਵੀ ਹੁੰਦਾ, ਨਾ ਕੋਈ ਸਰਾਪ ਹੁੰਦਾ, ਨਾ ਕੋਈ ਵਾਰ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਆਉਂਦਾ, ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ, ਵੀ ਜਿਹੜੇ ਜਿਹੜੇ ਸੰਤ ਦੇ ਸਰਾਪੇ ਆ ਉਹ ਭਾਉਂਦੇ ਫਿਰਦੇ ਨੇ। ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ, ਪੇਟ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ। ਜਿਹੜਾ ਮੁੱਢ ਤੋਂ ਪੇਟ ਕੱਟਿਆ ਜਾਵੇ ਉਹਦੀਆਂ ਟਾਹਣੀਆਂ ਹਰੀਆਂ ਨਹੀਂ ਰਹਿੰਦੀਆਂ, ਉਹਦੇ ਟਾਹਣੇ ਸੁੱਕ ਜਾਂਦੇ, ਜਿਹਦਾ ਮੁੱਢ ਹੀ ਵੱਢਿਆ ਜਾਵੇ। ਇਸ ਕਰਕੇ ਸਰਾਪ ਵੀ ਹੈ ਤੇ ਵਾਰ ਵੀ ਹੈ, ਥਾਂ ਥਾਂ ਤੇ ਵਾਰ ਵਾ। ਹੁਣ ਛੇਵੇਂ ਪਾਤਸ਼ਾਹ ਨੇ ਸੇਵਾ ਤੇ ਖੁਸ਼ ਹੋ ਕੇ ਆਖਿਆ ਸੀ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਤੇ ਵਾਰੀ ਆ ਹੋਰ ਕੀ ਹੈ। ਦੂਜੇ ਪਾਤਸ਼ਾਹ ਨੇ ਸੇਵਾ ਤੇ ਖੁਸ਼ ਹੋ ਕਰਕੇ ਆਖਿਆ ਸੀ, ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਣ, ਗੁਰੂ ਅਮਰਦਾਸ ਸਾਹਿਬ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਸਾਹਿਬ ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ। ਭਾਵੇਂ ਬਖਸ਼ਿਸ਼ ਅੱਖਰ ਵਰਤ ਲਈਏ, ਭਾਵੇਂ ਵਰਦਾਨ ਕਹਿ ਲਈਏ, ਵਰਦਾਨ ਹੀ ਹੋਰ ਕੀ ਹੈ। ਇਸ ਕਰਕੇ ਵਰ ਵੀ ਹੋਏ ਆ ਥਾਂ ਥਾਂ ਤੇ ਜਿਹੜਾ ਐਸਾ ਬਚਨ ਹੋਇਆ ਵਾ ਤੇ ਉਹਨੂੰ ਫਿਰ ਸਰਾਪ ਵੀ ਮੰਨਿਆ ਜਾਂਦਾ। ਸਰਾਪ ਕਹੋ ਚਾਹੇ ਨਾ ਕਹੋ, ਬਚਨ ਤਾਂ ਹੋ ਗਿਆ ਨਾ ਖਤਮ ਹੋਣ ਵਾਲਾ। ਤਾਂ ਗਰੀਬ ਨਵਾਜ ਸਾਹਿਬ ਜੀ ਦਾ ਇੱਥੇ ਭਾਈ ਸਾਹਿਬ ਜੀ ਨੇ ਤਾਂ ਸਰਾਪ ਅੱਖਰ ਹੀ ਵਰਤਿਆ ਹੈ ਕਿ ਉਸ ਵੇਲੇ ਕਿਰਪਾਲ ਦਾਸ ਸਾਧੂ ਨੂੰ ਇਹ ਸਰਾਪ ਰੂਪੀ ਬਚਨ ਹੋ ਗਿਆ। ਫਿਰ ਉਹ ਰਾਤ ਉਹੀ ਬਤੀਤ ਕੀਤੀ ਹੈ ਕਿਰਪਾਲੂ ਸਤਿਗੁਰੂ ਜੀ ਨੇ ਉਸ ਥਾਂ ਤੇ। ਅਗਲਾ ਦਿਨ ਹੋਇਆ ਤੇ ਉੱਥੋਂ ਚੱਲਣ ਦੀ ਤਿਆਰੀ ਕਰ ਲਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਇੱਕ ਕਿਰਪਾਲ ਤੇ ਕਿਰਪਾਲ ਦਾਸ ਉਦਾਸੀ ਦਾ ਇੱਕ ਭੰਡਾਰੀ ਸਾਧੂ ਸੀ, ਜਿਹੜਾ ਭੰਡਾਰਾ ਚਲਾਉਣ ਵਾਲਾ। ਐਸੇ ਪੰਜ ਹਾਥ ਮਹਿ ਲਿਆਇਓ, ਉਹ ਆਪਣੇ ਹੱਥ ਦੇ ਵਿੱਚ 5 ਪੈਸੇ ਲੈ ਕੇ ਆਇਆ। ਕਰ ਆਗੇ ਸੀਸ ਝੁਕਾਇਓ, ਉਹਨੇ 5 ਪੈਸੇ ਅੱਗੇ ਮਹਾਰਾਜ ਸਾਹਿਬ ਦੇ ਕਰਕੇ ਰੱਖ ਕੇ ਨਾ ਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਜਿਹੜਾ ਕਿਰਪਾਲ ਦਾਸ ਉਦਾਸੀ ਦੇ ਡੇਰੇ ਦੇ ਵਿੱਚ ਭੰਡਾਰਾ ਚਲਾਉਂਦਾ ਸੀ ਨਾ, ਆਪਾਂ ਲੰਗਰ ਕਹਿ ਦਿੰਦੇ, ਉਹ ਭੰਡਾਰਾ ਕਹਿ ਦਿੰਦੇ, ਗੱਲ ਤੇ ਲੰਗਰ ਹੀ ਹੈ। ਤਾਂ ਜਿੱਥੇ ਉਹ ਭੰਡਾਰਾ ਚਲਾਉਣ ਵਾਲਾ ਸੀ, ਭਾਵ ਲਾਂਗਰੀ ਸੀ ਉਹਨਾਂ ਦੇ ਡੇਰੇ ਦਾ, ਉਹਨੇ 5 ਪੈਸੇ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਕੇ ਤੇ ਨਮਸਕਾਰ ਕੀਤੀ। ਸਭ ਸਤਿਗੁਰ ਇਸ ਕੋ ਕਰ ਕਹਿਓ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ ਉਦਾਸੀਆਂ ਦੇ ਡੇਰੇ ਦੇ ਲਾਂਗਰੀ ਦਾ ਹੱਥ ਫੜਿਆ। ਉਹ ਹੱਥ ਫੜ ਕੇ ਤੇ ਉਹ 5 ਪੈਸੇ ਉਹਦੇ ਹੱਥ ਤੇ ਹੀ ਰੱਖ ਦਿੱਤੇ ਮਹਾਰਾਜ, ਤੇ ਨਾਲ ਹੱਥ ਫੜ ਕੇ ਤੇ ਉਹਦੀ ਮੁੱਠੀ ਬੰਦ ਕਰ ਦਿੱਤੀ। ਤੇ ਗਰੀਬ ਨਵਾਜ ਸਾਹਿਬ ਕਹਿੰਦੇ ਕਿ ਇਹ ਮੁੱਠ ਨੂੰ ਬੰਦ ਕਰਕੇ ਬੰਦ ਮੁਸ਼ਟ ਡਿੱਡ ਸ੍ਰੀ ਮੁਖ ਕਹਿਓ, ਕਹਿਣ ਲੱਗੇ ਵੀ ਚੰਗੀ ਤਰ੍ਹਾਂ ਇਹਨੂੰ ਘੁੱਟ ਲਾ ਮੁੱਠ ਦੇ ਵਿੱਚ। ਤੇ ਮਹਾਰਾਜ ਕਹਿੰਦੇ ਵੀ ਚੰਗੀ ਤਰ੍ਹਾਂ ਬਹੁਤ ਜ਼ੋਰ ਦੇ ਨਾਲ ਇਹ ਕਰੜੀ ਕਰਕੇ ਭਾਵ ਪੱਕੀ ਗੰਢ ਦੇ ਲਓ ਇਹਨਾਂ ਨੂੰ। ਨਹੀਂ ਖਜ਼ਾਨਾ ਖੋਲਣ ਦੀ ਜੈ ਹੈ ਤੇ ਵੀਰ ਰਸ ਵਿੱਚ ਹੀ ਬਚਨ ਹੋ ਰਿਹਾ ਸੀ, ਕਿਉਂਕਿ ਹੁਣ ਮਹਾਰਾਜ ਸਾਹਿਬ ਜੀ ਇਹਨਾਂ ਦੇ ਉੱਤੇ ਖੁਸ਼ੀ ਨਹੀਂ ਨਾ ਹੈਗੀ ਕਿਰਪਾਲ ਦਾਸ ਦੇ ਉੱਤੇ। ਤਾਂ ਸਤਿਗੁਰੂ ਕਹਿਣ ਲੱਗੇ ਕਿ ਇਹਨੂੰ ਹੁਣ ਮੁੱਠ 'ਚ ਬੰਦ ਕਰ ਲਾ ਚੰਗੀ ਤਰ੍ਹਾਂ, ਪੱਕੀ ਤਰ੍ਹਾਂ ਇਹ ਖਜ਼ਾਨੇ ਨੂੰ ਪੱਕੀ ਗੰਢ ਦੇ ਲਓ, ਨਾ ਖੋਲੋ। ਸੁਣ ਕਿਰਪਾਲ ਜਿਉ ਬੰਦ ਹਾਥ। ਤੇ ਉਸ ਵੇਲੇ ਕਿਰਪਾਲ ਦਾਸ ਵੀ ਕੋਲੇ ਖਲੋਤਾ ਸੀ, ਉਹਨੇ ਹੱਥ ਜੋੜ ਕੇ ਪੁੱਛਿਆ, ਰੱਖਣ ਹੀ ਭਾਖਿਓ ਆਪਣਾ। ਕਹਿਣ ਲੱਗਾ ਇਹ ਮਾਲਕ ਜੀ ਤੁਸੀਂ ਆਖਿਆ ਹੈ ਵੀ ਇਹ ਖਜ਼ਾਨਾ ਬੰਦ ਕਰਕੇ ਰੱਖ ਲਓ। ਮਹਾਰਾਜ ਇਹ ਖਜ਼ਾਨਾ ਕਦੀ ਖੁੱਲੇਗਾ ਵੀ, ਐਸਾ ਵੀ ਬਚਨ ਕਹਿ ਦਿਓ ਬੰਦ ਕਰਨ ਵਾਸਤੇ ਤਾਂ ਆਖਿਆ ਵੀ ਇਹਨੂੰ ਪੱਕੀ ਗੰਢ ਦੇ ਕੇ ਰੱਖ ਲਓ ਵੀ ਮਾਇਆ ਨੂੰ। ਹੁਣ ਰੱਖੇ ਤੇ ਹੱਥ ਵਿੱਚ ਹੀ ਸੀ, ਆਖਿਆ ਵੀ ਚੰਗੀ ਤਰ੍ਹਾਂ ਮੁੱਠ ਮੀਟ ਕੇ ਰੱਖ ਲਾ। ਭਾਵੇਂ ਸੀ ਵੀ ਆਪਦੇ ਜਿਹੜੇ ਤੁਹਾਡੀ ਡੇਰੇ ਦੀ ਮਾਇਆ ਨਾ, ਡੇਰੇ ਦਾ ਖਜ਼ਾਨਾ, ਇਹਨੂੰ ਚੰਗੀ ਤਰ੍ਹਾਂ ਘੁੱਟ ਕੇ ਗੰਢ ਦੇ ਕੇ ਰੱਖ ਲਓ ਵੀ ਨਾ ਖਰਚੋ, ਇਹਨੂੰ ਸਾਂਭ ਕੇ ਰੱਖ ਲਓ ਇਹਨੂੰ।
ਹੁਣ ਇਹ ਤਾਂ ਨਹੀਂ ਵੀ ਉਹ ਮੋਠੀ ਸਦਾ ਮਿੱਟੀ ਰੱਖਣੀ ਸੀ, ਉਹ ਮਹਾਰਾਜ ਨੇ ਇੱਕ ਇਸ਼ਾਰਾ ਹੀ ਕਰ ਦਿੱਤਾ ਵੀ ਇਹਨੂੰ ਘੁੱਟ ਕੇ ਰੱਖ ਲਓ, ਇਹਨੂੰ ਵੀ ਆਪਦੇ ਖਜ਼ਾਨੇ ਨੂੰ ਬੰਦ ਕਰਕੇ ਰੱਖ ਲਓ। ਤੇ ਉਹਨੇ ਕਿਹਾ ਜੀ ਇਹ ਕਦੇ ਖੁੱਲੇਗਾ ਵੀ, ਖੁੱਲਣ ਬਾਰੇ ਵੀ ਦੱਸ ਦਿਓ। ਮਹਾਰਾਜ ਇਹਨਾਂ ਤੇ ਕਿਰਪਾ ਕਰਦੇ ਰਹੋ ਤੇ ਖੁੱਲਣ ਬਾਰੇ ਵੀ ਦੱਸੋ। ਸ਼੍ਰੀ ਗੁਰੂ ਕਹਿਓ ਸੁਣੋ ਸੁਕਾਨ। ਜੋ ਸੁਭਾਈਮਾਨ ਮੁਖ ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਸੁਣੋ ਧਿਆਨ ਦੇ ਨਾਲ, ਕੰਨ ਦੇ ਕੇ। ਦਸਮ ਗੁਰੂ ਬਚ ਕੀਨ ਬਖਾਨ। ਫਿਰ ਦਸਮ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਆਪਣੇ ਮੁਖ ਤੋਂ। ਉਪਕਾਰਿਆ ਪਰ ਦਸਮੋ ਫਿਰੇ। ਮਹਾਰਾਜ ਕਹਿੰਦੇ ਵੀ ਜਦੋਂ ਤੇਰੀ ਗੱਦੀ ਦੇ ਉੱਤੇ ਨਾ, ਉਹ ਜਿਹੜਾ ਉਦਾਸੀ ਬੈਠਾ ਸੀ, ਕਿ ਤੇਰੀ ਗੱਦੀ ਦੇ ਉੱਤੇ ਜਦੋਂ ਦਸਵਾਂ ਤੇਰਾ ਚੇਲਾ ਟਿਕੇਗਾ ਸੋ ਖਜ਼ਾਨਾ ਖੋਲ੍ਹ ਕਰੇ। ਤੇ ਉਹੀ ਇਸ ਖਜ਼ਾਨੇ ਨੂੰ, ਤੇਰੇ ਡੇਰੇ ਦੇ ਖਜ਼ਾਨੇ ਨੂੰ ਖੋਲੇਗਾ। ਫਿਰ ਕਹਿ ਕਵੀ ਅਬ ਆਓ ਸੋ ਹੈ। ਕਵੀ ਜੀ ਕਹਿੰਦੇ ਕਿ ਹੁਣ ਤੀਕ ਉਹ ਧਰਿਆ ਹੋਇਆ ਹੈ, ਨਹੀਂ ਕੋਸ ਤੇ ਖਰਚਲ ਤੇ ਉਹ ਕਰੇ। ਖਜ਼ਾਨੇ ਦੇ ਵਿੱਚੋਂ ਖਰਚਦੇ ਨਹੀਂ ਹਨ। ਪੰਚ ਗ੍ਰਾਮ ਕੇ ਕਲਹ ਬੁਲਾਏ। ਤਾਂ ਫਿਰ ਜਿਹੜੇ ਨਗਰ ਦੇ ਪੰਚ ਸੀ ਨਾ, ਉਹਨਾਂ ਨੂੰ ਮੋਹਤਬਾਰਾਂ ਨੂੰ ਬੁਲਾਇਆ ਹੈ, ਪਿੰਡ ਦੇ ਮੋਹਤਬਾਰਾਂ ਨੂੰ। ਕਹਿਓ ਕਿ ਮੰਜਾ ਲਿਓ ਚਾਏ। ਤਾਂ ਆਖਿਆ ਹੈ ਵੀ ਆ ਮੰਜਾ ਸਾਡਾ ਜਿਹੜਾ ਪਲੰਘਾ ਹੈ ਨਾ, ਇਹ ਚੁੱਕ ਕੇ ਅਗਲੇ ਪਿੰਡ ਤੀਕ ਪਹੁੰਚਾਓ। ਸੁਨ ਚਾਰ ਹੋਣੇ ਪਲੰਗ ਉਠਾਵਾ। ਨਗਰ ਦੇ ਮੰਚਾਂ ਨੇ ਮਿਲ ਕਰਕੇ ਪਲੰਘਾ ਉਠਾਇਆ ਮਹਾਰਾਜ ਦੇ ਸਿੰਘਾਂ ਦੇ ਨਾਲ। ਗਮਨ ਕੀਨ ਡੇਰੇ ਸਭਾ। ਉਸ ਡੇਰੇ ਚੋਂ ਨਿਕਲ ਕੇ ਅੱਗੇ ਨੂੰ ਸਤਿਗੁਰੂ ਜੀ ਨੇ ਚਾਲੇ ਪਾ ਦਿੱਤੇ। ਗੁਰੂ ਕਹਿਓ ਇਸ ਦੇ ਦੀਪੋ। ਗੁਰੂ ਸਾਹਿਬ ਜੀ ਨੇ ਕਿਹਾ ਵੀ ਪਲੰਘਾ ਇੱਕ ਪਾਸੇ ਤੋਂ ਨੀਵਾਂ ਹੈ। ਸਭ ਹੋਏ ਚਲੋ ਨਾ ਬਿਖਮੀ ਜੀਵੋ। ਮਹਾਰਾਜ ਕਹਿੰਦੇ ਬਰਾਬਰ ਹੋ ਕਰਕੇ ਚਲੋ, ਇੱਕ ਪਾਸੇ ਨੀਵਾਂ ਨਾ ਕਰੋ, ਇਸ ਤਰ੍ਹਾਂ ਬਿਖਮ ਕਠਨ ਹੋ ਕਰਕੇ ਨਾ ਚਲਾਓ। ਕਹਿ ਆਪ ਛੁੱਟਾ ਨਾਮ ਤਨ ਹੈ। ਇੱਕ ਜ਼ਿਮੀਂਦਾਰ ਮਧਰਾ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਮੈਂ ਮਧਰਾ ਹਾਂ, ਮੇਰਾ ਸਰੀਰ ਛੋਟਾ ਹੈ। ਤ੍ਰੈ ਨਾਮ ਦੇ ਨਾਮੇ ਅਨਬਨ ਹੈ। ਇਸ ਕਰਕੇ ਮਹਾਰਾਜ ਮੇਰੇ ਵਾਲਾ ਪਾਵਾ ਨੀਵਾ ਤਾਂ ਹੁੰਦਾ ਵਾ, ਇਹ ਅਣਬਣ ਹੈ। ਤਿੰਨ ਜਾਣੇ ਜਵਾਨ ਵਾ ਤੇ ਮੈਂ ਨੀਵਾ ਹਾਂ। ਸੁਨ ਸ੍ਰੀ ਗੁਰੂ ਤੇ ਮਨ ਚਾਰਾ। ਉਹਦੀ ਬੇਨਤੀ ਸੁਣ ਕਰਕੇ ਜਿਹੜਾ ਮਧਰਾ ਸੀ ਨਾ, ਜਿੱਧਰੋਂ ਪਲੰਘਾ ਨੀਵਾ ਹੁੰਦਾ ਸੀ, ਬਰਾਬਰ ਨਹੀਂ ਸੀ ਚੱਲਦਾ, ਉਹਦੀ ਬੇਨਤੀ ਸੁਣ ਕੇ ਮਹਾਰਾਜ ਨੇ ਬਚਨ ਕੀਤਾ। ਸਭ ਬਦ ਜਾਹੋ ਜਿਨ ਹੋ ਸਿਰ ਨਿਹਾਰਾ। ਮਹਾਰਾਜ ਕਹਿੰਦੇ ਇਹਨਾਂ ਤਿੰਨਾਂ ਨੇ ਜੋ ਸਿਰ ਤੇ ਪਲੰਘਾ ਚੁੱਕਿਆ, ਤੂੰ ਵੀ ਇਹਨਾਂ ਦੇ ਬਰਾਬਰ ਹੀ ਬਣ ਜਾ, ਇਹਨਾਂ ਦੇ ਬਰਾਬਰ ਹੀ ਹੋ ਜਾ, ਉਨਾ ਹੀ ਉੱਚਾ ਹੋ ਜਾ। ਅਯੋ ਬਚਨ ਤੇ ਸਭ ਤਤ ਛਿਨ। ਇਹ ਬਚਨ ਜਦੋਂ ਮਹਾਰਾਜ ਦਾ ਹੋਇਆ ਤੇ ਉਹ ਮਧਰਾ ਵੀ ਜਿਹੜਾ ਸੀ ਉਹਨਾਂ ਦੇ ਬਰਾਬਰ ਹੀ ਜਵਾਨ ਹੋ ਗਿਆ ਤੇ ਪਲੰਘਾ ਇੱਕੋ ਜਿਹਾ ਹੋ ਗਿਆ ਉਸੇ ਵੇਲੇ ਹੀ। ਸਤਿ ਸ੍ਰੀ ਅਕਾਲ। ਦੇਖ ਸਕਲ ਤਤ ਕਿਸਮਤ ਬਹੁ ਮਨ। ਤੇ ਇਹ ਕੌਤਕ ਵੇਖ ਕਰਕੇ ਸਾਰੇ ਹੀ ਆਪਣੇ ਮਨਾਂ ਵਿੱਚ ਬਹੁਤ ਹੈਰਾਨ ਹੋਏ ਕਿ ਆ ਸਾਡੇ ਪਿੰਡ ਵਾਲਾ ਮਧਰਾ ਵੀ ਸਾਡੇ ਜਿੰਨਾ ਹੀ ਜਵਾਨ ਕਰਦਾ ਮਹਾਰਾਜ ਨੇ। ਲੱਗਿਓ ਕਿਰਪਾਲ ਮਨ ਸਿਰ ਧਾਰੇ। ਤਾਂ ਉਸ ਵੇਲੇ ਲੱਗਿਓ ਕਿਰਪਾਲ ਪੰਚ ਸਿਰ ਧਾਰੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਇਸ ਤਰੀਕੇ ਦੇ ਨਾਲ ਇਹ ਪੰਚ ਜਿਹੜੇ ਹਨ, ਮਹਾਰਾਜ ਸਾਹਿਬ ਜੀ ਦਾ ਪਲੰਘਾ ਚੁੱਕ ਕਰਕੇ ਅੱਗੇ ਚੱਲੇ। ਸਿੰਘ ਸੰਗ ਹੋਏ ਪੰਥ ਪਧਾਰੇ। ਤੇ ਸਿੰਘਾਂ ਦੇ ਨਾਲ ਹੋ ਕਰਕੇ ਇਹ ਅਗਲੇ ਪੰਧ ਦੇ ਵਿੱਚ ਚੱਲੇ। ਪੈਂਚਾਂ ਦੇ ਨਾਲ ਕਿਰਪਾਲ ਵੀ ਮੰਜਾ ਸਿਰ ਚੌਣ ਵਿੱਚ ਲੱਗ ਗਿਆ। ਤਾਂ ਕਹਿੰਦੇ ਹਨ ਕਿ ਉਸ ਵੇਲੇ ਉਹ ਜਿਹੜਾ ਕਿਰਪਾਲ ਦਾਸ ਉਦਾਸੀ ਸੀ ਨਾ, ਉਹ ਵੀ ਨਾਲ ਦੇ ਚੌਹਾਂ ਪੈਂਚਾਂ ਦੇ ਨਾਲ ਲੱਗ ਕੇ ਉਹਨੇ ਵੀ ਪਲੰਘਾ ਚੁੱਕ ਲਿਆ। ਹੁਣ ਵਿਖਾਵੇ ਮਾਤਰ ਨਾਲ ਚੁੱਕਣਾ ਤੇ ਪੈਣਾ ਹੀ ਸੀ ਨਾ, ਵੀ ਜਦ ਪਹਿਲਾਂ ਤੇ ਬੇਨਤੀ ਕਰ ਦਿੱਤੀ ਵੀ ਮਹਾਰਾਜ ਇੱਥੇ ਨਾ ਰਹੋ, ਤੇ ਹੁਣ ਉਹ ਕਾਹਦੀ ਸੇਵਾ ਵੀ ਪਲੰਘਾ ਚੁੱਕ ਕੇ ਅਗਲੇ ਪਿੰਡ ਮੈਂ ਵੀ ਨਾਲ ਚਲੇ ਜਾਵਾਂ, ਉਹਨੂੰ ਤੇ ਆਖਿਆ ਵੀ ਨਹੀਂ ਚੁੱਕਣ ਵਾਸਤੇ।
ਉਹ ਵੀ ਆਪੇ ਨਾਲ ਲੱਗ ਗਿਆ, ਪਰ ਮਨ ਵਿੱਚ ਸ਼ਰਧਾ ਨਹੀਂ, ਵਿਸ਼ਵਾਸ ਨਹੀਂ। ਤਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇਹ ਬਚਨ ਦੱਸਿਆ, ਇੱਥੇ ਤੀਕ ਤਾਂ ਇਹਦੇ ਵਿੱਚ ਨਹੀਂ ਆਇਆ। ਕਵੀ ਜੀ ਨੇ ਆਖਿਆ ਵੀ ਉਹਨਾਂ ਜਿਸ ਮੌਕੇ ਤੇ ਭਾਈ ਸਾਹਿਬ ਨੇ ਇਤਿਹਾਸ ਲਿਖਿਆ ਉਸ ਡੇਰੇ ਦੇ ਤਾਂ ਹੀ ਵੇਖਿਆ ਹੋਵੇਗਾ ਜਾ ਕੇ, ਤੇ ਉਹਨਾਂ ਨੇ ਇਹਦੇ 'ਚ ਜ਼ਿਕਰ ਕਰ ਦਿੱਤਾ ਵੀ ਉਹ ਜਿਹੜਾ ਖਜ਼ਾਨਾ ਸੀ ਵੀ ਉਹ ਨਹੀਂ ਖੋਲ੍ਹਿਆ ਉਹਨਾਂ ਨੇ, ਵੀ ਉਹ ਜਿਹੜੇ 5 ਪੈਸੇ ਸੀ ਆਪਣੇ ਖਜ਼ਾਨੇ 'ਚ ਪਾ ਕੇ ਰੱਖ ਲਏ ਤੇ ਫਿਰ ਉਹਨੂੰ ਖੋਲ੍ਹਿਆ ਨਹੀਂ। ਤੇ ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਇਹ ਜ਼ਿਕਰ ਕੀਤਾ ਹੈ ਵੀ ਬਾਅਦ ਸਮੇਂ ਨਾਲ ਪਾ ਕੇ ਜਦੋਂ 10ਵਾਂ ਜਿਹੜਾ ਗੱਦੀ ਤੇ ਬੈਠਾ ਨਾ, ਉਹਨਾਂ ਦੀ ਗੱਦੀ ਤੇ ਮਹੰਤ 10ਵਾਂ, ਉਹਨੇ ਫਿਰ ਉੱਥੇ ਖੁੱਲੇ ਡਾਏ ਮਾਇਆ ਆਪਣੇ ਡੇਰੇ ਦੇ ਵਿੱਚ, ਤੇ ਕਈ ਤਰ੍ਹਾਂ ਦਾ, ਤੇ ਫਿਰ ਉਹ ਡੇਰੇ ਨੂੰ ਸਾਰਾ ਉਜਾੜ ਕੇ ਰੱਖ ਦਿੱਤਾ। ਮਹਾਰਾਜ ਨੇ ਬਚਨ ਕੀਤਾ ਵੀ ਜਦੋਂ 10ਵਾਂ ਜਾਣਾ ਗੱਦੀ ਤੇ ਬੈਠੇਗਾ ਤੇ ਉਹ ਖੋਲ੍ਹੇਗਾ। ਉਹ 10ਵਾਂ ਜਦੋਂ ਬੈਠਾ ਤੇ ਉਹਨੇ ਫਿਰ ਉੱਥੇ ਮਾਇਆ ਦਾ ਪ੍ਰਭਾਵ ਐਸਾ ਹੋਇਆ ਵੀ ਮਾਇਆ ਦਾ ਬੜਾ ਪ੍ਰਵਾਹ ਜਿਹੜਾ ਉਹ ਚਲਾਇਆ, ਤੇ ਕਈ ਤਰੀਕੇ ਦੇ ਨਾਲ ਫਿਰ ਉਹ ਡੇਰਾ ਜਿਹੜਾ ਸੀ ਉਹ ਉੱਜੜ ਗਿਆ ਉਸ ਵੇਲੇ। ਮਹਾਰਾਜ ਨੇ ਉਹ ਬਚਨ ਆਖਿਆ ਨਾ ਕਿ ਇਹ 10ਵਾਂ ਜਾਣਾ ਖੋਲ੍ਹੇਗਾ, ਤੇ ਉਹ ਫਿਰ ਖੋਲ੍ਹ ਕੇ ਜਦੋਂ ਮਾਇਆ ਜਿਹੜੀ ਉਹ ਖਰਚੀ, ਤੇ ਮਾਇਆ ਦੇ ਵਿੱਚ ਹੀ, ਮਾਇਆ ਦੇ ਪ੍ਰਭਾਵ ਦੇ ਵਿੱਚ ਹੀ, ਤੇ ਉਹ ਫਿਰ ਸਾਰਾ ਜਿਹੜਾ ਸੀ ਡੇਰਾ ਹੈ ਤੇ ਆ ਹੁਣ ਵੀ, ਪਰ ਉੱਥੇ ਵਸੋਂ ਨਹੀਂ। ਜਿੱਥੇ ਮਹਾਰਾਜ ਸਾਹਿਬ ਜੀ ਫਿਰ ਬਾਹਰ ਠਹਿਰੇ ਸੀ ਨਾ, ਉੱਥੇ ਗੁਰੂ ਕਾ ਸਥਾਨ ਬਣਿਆ, ਤੇ ਗੁਰੂ ਕਾ ਸਥਾਨ ਸ਼ੋਭਾ ਪਾਉਂਦਾ, ਉੱਥੇ ਕਥਾ ਕੀਰਤਨ ਹੁੰਦਾ, ਤੇ ਉਹ ਸਾਧ ਦਾ ਜਿਹੜਾ ਡੇਰਾ ਉਜੜਿਆ ਪਿਆ। ਇਸ ਕਰਕੇ ਗੁਰੂ ਕੇ ਬਚਨਾਂ ਵਿੱਚ ਸਾਧ ਸੰਗਤ ਜੀ ਬੇਅੰਤ ਵੱਡੀ ਭਾਰੀ ਕਲਾ ਹੈ। ਤੇ ਜਿਵੇਂ ਉਹ ਮਧਰੇ ਨੂੰ ਮਹਾਰਾਜ ਨੇ ਜਵਾਨ ਕਰ ਦਿੱਤਾ, ਸਤਿਗੁਰੂ ਜੀ ਨੇ ਬਰਾਬਰ ਕਰ ਦਿੱਤਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਸਾਡੇ ਸੰਸਾਰੀਆਂ ਵਾਸਤੇ ਤੇ ਵੱਡੀ ਗੱਲ ਹੀ ਆ, ਪਰ ਗੁਰੂ ਸਾਹਿਬ ਵਾਸਤੇ ਕੋਈ ਵੱਡੀ ਗੱਲ ਨਹੀਂ। ਮਹਾਰਾਜ ਸਾਹਿਬ ਤਾਂ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ। ਮਹਾਰਾਜ ਤੇ ਧਰਤੀ ਤੋਂ ਆਕਾਸ਼ ਜਿੱਡਾ ਵੱਡਾ ਕਰਦੇ ਨੇ ਜੇ ਜਾਉਣ ਤੇ ਧਰਤੀ ਤੋਂ ਆਕਾਸ਼ ਵਿੱਚ ਚੜਾ ਦੇਣ। ਚੜੇ ਆਕਾਸ਼ ਗਿਰਾਵੇ, ਆਕਾਸ਼ 'ਚ ਚੜਿਆਂ ਨੂੰ ਥੱਲੇ ਲਾ ਦੇਣ। ਮੂਰਖਾਂ ਨੂੰ ਵਿਦਵਾਨ ਬਣਾ ਦੇਣ, ਵਿਦਵਾਨਾਂ ਨੂੰ ਮੂਰਖ ਬਣਾ ਦੇਣ। ਤੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਬੇਅੰਤ ਹੈ, ਅਨੰਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਬੇਅੰਤ ਕਲਾ ਦੇ ਮਾਲਕ, ਸ਼ਕਤੀਆਂ ਦੇ ਮਾਲਕ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਦੇ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਕਾਦਰੇ ਬੇਗ ਸਾਰਾ ਯਾਰ ਗੁਰ ਗੋਬਿੰਦ ਸਿੰਘ, ਬੇਗ ਸਾਰਾ ਯਾਰ ਗੁਰ ਗੋਬਿੰਦ ਸਿੰਘ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन होवे मैया तार, अंधकूप महाभयान नानक बार उतार। आए प्रभ सरनागति कृपा निध दयाल, एक अक्षर हर मन बसत नानक होत निहाल। कथा निदा व्रत होत है सुनो सिंह सुजान, नानक गुर गोविंद सिंह जी सदा करे कल्याण। नानक गुर गोविंद सिंह जी सदा करे कल्याण। वाहिगुरु जी का खालसा, वाहिगुरु जी की फतेह।
ਫਤਿਹ।